ਪਿਆਰੇ ਬੱਚਿਓ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸ਼ਬਦ ਗੁਰੂ ਦੀ ਆਨਲਾਈਨ ਜਮਾਤ ਦੇ ਵਿੱਚ। ਮੁਹਾਵਰਿਆਂ ਵਾਲੀ ਪਹਿਲੀ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਇਸ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਤੁਹਾਡੇ ਪਿਆਰ ਸਦਕਾ ਹੀ ਆਪਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਪਾਠਕ੍ਰਮ 'ਚੋਂ ਮਹੱਤਵਪੂਰਨ ਵਿਸ਼ਿਆਂ ਉੱਪਰ ਲਗਾਤਾਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ, ਤਾਂ ਜੋ ਤੁਸੀਂ ਰੌਚਕ ਤਰੀਕੇ ਨਾਲ ਘਰ ਬੈਠ ਕੇ ਆਪਣੇ ਸਿਲੇਬਸ ਦਾ, ਆਪਣੇ ਪਾਠਕ੍ਰਮ ਦਾ ਚੰਗਾ ਅਧਿਐਨ ਕਰ ਸਕੋ। ਪੰਜਾਬੀ ਵਿਸ਼ੇ ਤੋਂ ਇਲਾਵਾ ਆਪਾਂ ਬੇਸਿਕ ਇੰਗਲਿਸ਼ ਸਪੀਕਿੰਗ ਦੀ ਟੀਚਿੰਗ ਦੀਆਂ ਵੀਡੀਓਜ਼ ਵੀ ਜਲਦੀ ਲੈ ਕੇ ਆ ਰਹੇ ਹਾਂ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮੈਂ ਵਾਰ-ਵਾਰ ਕਹਿਣਾ ਮੈਨੂੰ ਚੰਗਾ ਨਹੀਂ ਲੱਗਦਾ ਪੁੱਤ, ਕਰ ਦਿਓਗੇ ਤਾਂ ਤੁਹਾਡਾ ਹੀ ਫਾਇਦਾ। ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਅੰਦਰ ਸ਼ਬਦਾਂ ਦੀ ਭੁੱਖ ਪੈਦਾ ਕਰੋ, ਗਿਆਨ ਦੀ ਭੁੱਖ ਜਗਾ ਕੇ ਜਗਿਆਸੂ ਬਣੋ। ਮੈਨੂੰ ਸਬਸਕ੍ਰਾਈਬ ਜਿੰਨੀ ਹੀ ਖੁਸ਼ੀ ਹੋਵੇਗੀ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੰਜਾਬੀ ਵਿਆਕਰਨ ਦੇ ਬਹੁਤ ਮਹੱਤਵਪੂਰਨ ਵਸਤੂਨਿਸ਼ਟ ਪ੍ਰਸ਼ਨਾਂ ਉੱਪਰ ਚਰਚਾ ਕਰਾਂਗੇ। ਇਹ ਪ੍ਰਸ਼ਨ ਕਿਸੇ ਇੱਕ ਜਮਾਤ ਲਈ ਨਹੀਂ, 6ਵੀਂ ਤੋਂ 10ਵੀਂ ਤੱਕ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਮਹੱਤਵਪੂਰਨ ਹਨ। ਸੋ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਆਨਲਾਈਨ ਜਮਾਤ ਪੰਜਾਬੀ ਵਿਆਕਰਨ ਦੇ ਮਹੱਤਵਪੂਰਨ ਪ੍ਰਸ਼ਨ। ਸਭ ਤੋਂ ਪਹਿਲਾ ਪ੍ਰਸ਼ਨ ਆਪਾਂ ਲੈਂਦੇ ਹਾਂ, ਕਿਸੇ ਭਾਸ਼ਾ ਵਿੱਚ ਕੰਮ ਕਰਦੇ ਨਿਯਮਾਂ ਨੂੰ ਸਮਝਣ ਵਾਲੀ ਵਿੱਦਿਆ ਨੂੰ ਕੀ ਕਹਿੰਦੇ ਹਨ? ਕਿਸੇ ਭਾਸ਼ਾ ਦੇ ਵਿੱਚ ਜਿਹੜੇ ਵੀ ਨਿਯਮ ਕੰਮ ਕਰਦੇ ਨੇ ਆਪਾਂ ਉਹਨਾਂ ਨੂੰ ਸਮਝਣਾ। ਮੰਨ ਲਓ ਉਹ ਸਮਝਦੇ ਹਾਂ, ਜਦੋਂ ਆਪਾਂ ਉਸ ਵਿੱਦਿਆ ਨੂੰ ਕੀ ਕਹਿੰਦੇ ਨੇ? ਜਿਹੜੀ ਆਪਾਂ ਵਿੱਦਿਆ ਪੜ੍ਹਦੇ ਹਾਂ ਉਹਨੂੰ ਸਮਝਣ ਵਾਸਤੇ ਜਵਾਬ ਹੈ ਵਿਆਕਰਨ। ਉਸ ਵਿੱਦਿਆ ਨੂੰ ਆਪਾਂ ਕਹਿੰਦੇ ਹਾਂ ਵਿਆਕਰਨ। ਵਿਆਕਰਨ ਨੂੰ ਪੜ੍ਹ ਕੇ ਸਾਨੂੰ ਕਿਸੇ ਭਾਸ਼ਾ 'ਚ ਕੰਮ ਕਰਦੇ ਨਿਯਮਾਂ ਦੀ ਜਾਣਕਾਰੀ ਹੁੰਦੀ ਹੈ। ਅਗਲਾ ਪ੍ਰਸ਼ਨ ਦੇਖੋ, ਭਾਸ਼ਾ ਵਿੱਚ ਕੰਮ ਕਰਦੇ ਨਿਯਮਾਂ ਤੋਂ ਕਾਹਦਾ ਸਰੂਪ ਬਣਦਾ ਹੈ? ਭਾਸ਼ਾ ਦੇ ਵਿੱਚ ਜੋ ਵੀ ਨਿਯਮ ਕੰਮ ਕਰਦੇ ਨੇ ਉਹ ਸਾਰੇ ਨਿਯਮਾਂ ਨੂੰ ਇਕੱਤਰ ਕਰ ਲਈਏ ਆਪਾਂ, ਤਾਂ ਉਹ ਕਾਹਦਾ ਸਰੂਪ ਬਣਦਾ? ਵਿਆਕਰਨ ਦਾ। ਕਾਹਦਾ ਸਰੂਪ ਬਣਦਾ? ਵਿਆਕਰਨ ਦਾ। ਅਗਲਾ ਪ੍ਰਸ਼ਨ ਆਪਣੇ ਕੋਲ ਆ ਜਾਂਦਾ, ਵਿਆਕਰਨ ਦੇ ਕਿੰਨੇ ਅੰਗ ਹਨ? ਵਿਆਕਰਨ ਦੇ ਮੁੱਖ ਅੰਗ ਨੇ ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਅਤੇ ਵਾਕ ਬੋਧ। ਇਹ ਤਿੰਨੋਂ ਪ੍ਰਸ਼ਨ ਬਹੁਤ ਮਹੱਤਵਪੂਰਨ ਨੇ, ਇਹਨਾਂ ਨੂੰ ਤੁਸੀਂ ਯਾਦ ਕਰ ਲੈਣਾ ਪੁੱਤ। ਅਕਸਰ ਹੀ ਇਹ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ। ਅੱਗੇ ਆਪਾਂ ਸਵਾਲ ਲੈਂਦੇ ਹਾਂ। ਪ੍ਰਸ਼ਨ ਆ ਜਾਂਦਾ ਦੇਖੋ, ਭਾਸ਼ਾ ਦਾ ਸ਼ੁੱਧ ਅਤੇ ਮਿਆਰੀ ਸਰੂਪ ਕਿਹਨਾਂ ਨਿਯਮਾਂ ਨਾਲ ਸ਼ੁਰੂ ਹੁੰਦਾ ਹੈ? ਉਹ ਕਿਹੜੇ ਨਿਯਮ ਨੇ ਜਿਹਦੇ ਨਾਲ ਆਪਾਂ ਭਾਸ਼ਾ ਦਾ ਸ਼ੁੱਧ ਅਤੇ ਮਿਆਰੀ ਸਰੂਪ ਆ ਜਿਹੜਾ ਉਹ ਸਥਾਪਿਤ ਕਰ ਲੈਂਦੇ ਹਾਂ? ਜਵਾਬ ਹੈਗਾ ਗਾ ਵਿਆਕਰਨ ਦੇ ਨਿਯਮਾਂ ਨਾਲ, ਕਿਉਂਕਿ ਵਿਆਕਰਨ ਦੇ ਨਿਯਮਾਂ ਨਾਲ ਹੀ ਕੋਈ ਭਾਸ਼ਾ ਸ਼ੁੱਧ ਅਤੇ ਮਿਆਰੀ ਬਣਦੀ ਹੈ। ਅਗਲਾ ਸਵਾਲ ਦੇਖੋ, ਕੀ ਕਿਸੇ ਭਾਸ਼ਾ ਉੱਪਰ ਹੋਰ ਭਾਸ਼ਾ ਦੇ ਨਿਯਮ ਲਾਗੂ ਹੁੰਦੇ ਨੇ? ਕੀ ਕਿਸੇ ਭਾਸ਼ਾ ਉੱਪਰ ਹੋਰ ਭਾਸ਼ਾ ਦੇ ਨਿਯਮ ਲਾਗੂ ਹੁੰਦੇ ਨੇ? ਇਹ ਬਿਲਕੁਲ ਇਸ ਤਰ੍ਹਾਂ ਹੀ ਹੈ ਬੇਟਾ, ਜਿਵੇਂ ਆਪਾਂ ਕਹਿ ਦਈਏ ਵੀ ਬੱਚੇ ਦਾ ਪਹਿਰਾਵਾ ਜਿੱਕਣ ਪਿਓ ਦੇ ਮੇਚ ਨਹੀਂ ਆਉਂਦਾ, ਅਤੇ ਬੱਚਾ ਵੀ ਕਦ ਡੈਡੀ ਦਾ ਪਹਿਰਾਵਾ ਖੁਦ ਹੈ ਪਾਉਂਦਾ। ਜਿਵੇਂ ਬੱਚੇ ਦੇ ਕੱਪੜੇ ਡੈਡੀ ਦੇ ਮੇਚ ਨਹੀਂ ਆਉਂਦੇ ਅਤੇ ਡੈਡੀ ਦੇ ਕੱਪੜੇ ਬੱਚੇ ਦੇ ਮੇਚ ਨਹੀਂ ਆਉਂਦੇ, ਸਿਰਫ ਉਸੇ ਤਰ੍ਹਾਂ ਹੀ ਇੱਕ ਭਾਸ਼ਾ ਦੇ ਨਿਯਮ ਦੂਸਰੀ ਭਾਸ਼ਾ 'ਤੇ ਲਾਗੂ ਨਹੀਂ ਹੁੰਦੇ। ਤਾਂ ਜਵਾਬ ਹੈਗਾ ਨਹੀਂ। ਅਗਲਾ ਪ੍ਰਸ਼ਨ ਦੇਖੋ, ਕਿਸੇ ਭਾਸ਼ਾ ਦੇ ਵਰਤਾਰੇ ਵਿੱਚ ਕੰਮ ਕਰਦੇ ਨਿਯਮ ਕਿੱਥੋਂ ਲੱਭੇ ਜਾਂਦੇ ਨੇ? ਕਿਸੇ ਵੀ ਭਾਸ਼ਾ ਦੇ ਵਰਤਾਰੇ ਜਿਹੜੇ ਨਿਯਮ ਕੰਮ ਕਰਦੇ ਨੇ ਉਹਨਾਂ ਨੂੰ ਆਪਾਂ ਕਿੱਥੋਂ ਲੱਭਾਂਗੇ? ਉਹ ਨਿਯਮ ਇਕੱਤਰ ਕਿਵੇਂ ਕਰਾਂਗੇ? ਇੱਕ ਵਿਆਕਰਨ ਦਾ ਸਰੂਪ ਕਿਵੇਂ ਬਣਾਵਾਂਗੇ? ਉਹ ਕਿੱਥੋਂ ਲੱਭਣਗੇ? ਉਸੇ ਭਾਸ਼ਾ ਦੇ ਵਿੱਚੋਂ ਹੀ ਲੱਭਣਗੇ ਉਹ। ਅੱਗੇ ਚੱਲਦੇ ਹਾਂ ਆਪਾਂ। ਦੇਖੋ ਅਗਲਾ ਪ੍ਰਸ਼ਨ ਆ ਜਾਂਦਾ ਆਪਣੇ ਕੋਲੇ, ਕੀ ਸਮਾਂ ਬੀਤਣ ਨਾਲ ਵਿਆਕਰਨ ਦੇ ਨਿਯਮਾਂ ਵਿੱਚ ਤਬਦੀਲੀਆਂ ਹੁੰਦੀਆਂ ਨੇ? ਜਵਾਬ ਹੈਗਾ ਹਾਂ ਜੀ, ਬਿਲਕੁਲ ਹੁੰਦੀਆਂ ਨੇ। ਅੱਗੇ ਪ੍ਰਸ਼ਨ ਆ ਦੇਖੋ, ਭਾਸ਼ਾ ਦਾ ਸ਼ੁੱਧ ਅਤੇ ਮਿਆਰੀ ਸਰੂਪ ਸਮਝਣ ਲਈ ਕਿਸ ਚੀਜ਼ ਦਾ ਮਹੱਤਵ ਹੈ? ਜੇਕਰ ਕਿਸੇ ਵੀ ਭਾਸ਼ਾ ਦਾ ਆਪਾਂ ਸ਼ੁੱਧ ਅਤੇ ਮਿਆਰੀ ਸਰੂਪ ਸਮਝਣਾ ਤਾਂ ਕਿਹੜੀ ਚੀਜ਼ ਮਹੱਤਵਪੂਰਨ? ਆਪਾਂ ਨੂੰ ਕਿਹਦਾ ਅਧਿਐਨ ਕਰਨਾ ਪਊਗਾ? ਜਵਾਬ ਹੈਗਾ ਵਿਆਕਰਨ ਦਾ। ਅੱਗੇ ਚੱਲਦੇ ਹਾਂ। ਵਿਆਕਰਨ ਦਾ ਸੰਬੰਧ ਲਿਖਤੀ ਭਾਸ਼ਾ ਨਾਲ ਹੈ ਜਾਂ ਬੋਲਚਾਲ ਦੀ ਭਾਸ਼ਾ ਨਾਲ? ਤਾਂ ਜਵਾਬ ਆਊਗਾ ਦੋਵਾਂ ਨਾਲ। ਅਤੇ ਵਿਆਕਰਨ ਦਾ ਸੰਬੰਧ ਲਿਖਤੀ ਭਾਸ਼ਾ ਨਾਲ ਵੀ ਆ ਅਤੇ ਬੋਲਚਾਲ ਦੀ ਭਾਸ਼ਾ ਨਾਲ ਵੀ ਆ। ਅੱਗੇ ਪ੍ਰਸ਼ਨ ਆ ਦੇਖੋ, ਕਿਹੜੀ ਭਾਸ਼ਾ ਦੇ ਨਿਯਮ ਬਹੁਤੇ ਪੀਢੇ ਜਾਂ ਸਖਤ ਨਹੀਂ ਹੁੰਦੇ? ਹੁਣ ਪੀਢੇ ਸ਼ਬਦ ਹੋ ਸਕਦਾ ਬਹੁਤੇ ਵਿਦਿਆਰਥੀਆਂ ਨੇ ਪਹਿਲੀ ਵਾਰੀ ਸੁਣਿਆ ਹੋਵੇ। ਇਹ ਸਖਤ ਦਾ ਇੱਕ ਤਰ੍ਹਾਂ ਨਾਲ ਸਮਾਨਾਰਥਕ ਸ਼ਬਦ ਹੀ ਆ। ਕਿਹੜੀ ਭਾਸ਼ਾ ਦੇ ਨਿਯਮ ਬਹੁਤੇ ਪੀਢੇ ਜਾਂ ਸਖਤ ਨਹੀਂ ਹੁੰਦੇ? ਤਾਂ ਆਪਾਂ ਕਹਾਂਗੇ ਉੱਤਰ ਇਹਦਾ ਆ ਜਾਊਗਾ ਬੋਲਚਾਲ ਦੀ ਭਾਸ਼ਾ ਦੀ। ਕਿਉਂ? ਕਿਉਂਕਿ ਬੋਲਚਾਲ ਦੀ ਭਾਸ਼ਾ ਜਿਹੜੀ ਆ, ਜਦੋਂ ਆਪਾਂ ਬੋਲਦੇ ਹਾਂ, ਕਿਸੇ ਵਿਅਕਤੀ ਦੇ ਸਾਹਮਣੇ ਬੋਲਦੇ ਹਾਂ, ਕਿਸੇ ਦੂਸਰੇ ਪਰਸਨ ਦੇ ਸਾਹਮਣੇ ਬੋਲਦੇ ਹਾਂ, ਤਾਂ ਆਪਾਂ ਜਿਹੜਾ ਵੀ ਵਾਕ ਬੋਲ ਰਹੇ ਹੁੰਦੇ ਹਾਂ ਉਸ ਵਾਕ ਦਾ ਬਹੁਤਾ ਕੁਛ ਆਪਾਂ ਆਪਣੇ ਹੱਥਾਂ ਦੇ ਇਸ਼ਾਰਿਆਂ ਨਾਲ, ਅੱਖਾਂ ਦੇ ਇਸ਼ਾਰਿਆਂ ਨਾਲ, ਆਪਣੀ ਸਰੀਰਕ ਭਾਸ਼ਾ ਰਾਹੀਂ ਆਪਾਂ ਬਹੁਤ ਕੁਛ ਇਸ਼ਾਰਿਆਂ ਨਾਲ ਹੀ ਸਮਝਾ ਦਿੰਦੇ ਹਾਂ। ਇਸ ਕਰਕੇ ਉਹ ਭਾਸ਼ਾ ਜਿਹੜੀ ਆਪਾਂ ਬੋਲਚਾਲ ਦੀ ਭਾਸ਼ਾ ਗੀ, ਉਹਦੇ ਨਿਯਮ ਬਹੁਤੇ ਪੀਢੇ ਅਤੇ ਸਖਤ ਨਹੀਂ ਹੁੰਦੇ। ਅਗਲਾ ਪ੍ਰਸ਼ਨ ਆਪਣੇ ਕੋਲ ਆ ਜਾਂਦਾ ਦੇਖੋ, ਮਨੁੱਖ ਆਪਣੇ ਬੋਲਾਂ ਨੂੰ ਪ੍ਰਗਟਾਉਣ ਲਈ ਕਿਹੜੇ ਸਫਲ ਸਾਧਨ ਦੀ ਵਰਤੋਂ ਕਰਦਾ ਹੈ? ਬਹੁਤ ਮਹੱਤਵਪੂਰਨ ਪ੍ਰਸ਼ਨ ਆ। 6ਵੀਂ ਕਲਾਸ ਦੇ ਵਿੱਚ ਤੁਸੀਂ ਵਿਆਕਰਨ ਪੜ੍ਹਨਾ ਸ਼ੁਰੂ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਇਹੀ ਪ੍ਰਸ਼ਨ ਆਉਂਦਾ ਕਿ ਉਹ ਕਿਹੜਾ ਸਾਧਨ ਹੈ ਜਿਹਦੇ ਰਾਹੀਂ ਮਨੁੱਖ ਆਪਣੇ ਬੋਲ ਪ੍ਰਗਟ ਕਰਦਾ? ਤਾਂ ਜਵਾਬ ਆਪਣੇ ਕੋਲ ਕੀ ਆ ਜਾਂਦਾ? ਬੋਲੀ ਜਾਂ ਭਾਸ਼ਾ।
ਬੋਲੀ ਜਾਂ ਭਾਸ਼ਾ ਦੀ ਸਹਾਇਤਾ ਨਾਲ ਹੀ ਅਸੀਂ ਆਪਣੇ ਖਿਆਲ, ਆਪਣੇ ਵਿਚਾਰ ਦੂਸਰਿਆਂ ਦੇ ਅੱਗੇ ਰੱਖ ਸਕਦੇ ਹਾਂ, ਆਪਣੀ ਗੱਲ ਦੂਜਿਆਂ ਨਾਲ ਸਾਂਝੀ ਕਰ ਸਕਦੇ ਹਾਂ। ਇਹ ਇੱਕ ਸਫਲ ਸਾਧਨ ਹੈ ਮਨੁੱਖ ਕੋਲੇ, ਜਿਹੜਾ ਕਿ ਪਸ਼ੂਆਂ ਕੋਲੇ ਜਾਂ ਪੰਛੀਆਂ ਕੋਲੇ ਨਹੀਂ ਹੁੰਦਾ, ਇਹ ਮਨੁੱਖ ਕੋਲੇ ਹੈ। ਇਸ ਲਈ ਆਪਾਂ ਕਹਿੰਦੇ ਹਾਂ ਕਿ ਬੋਲੀ ਜਾਂ ਭਾਸ਼ਾ ਜਿਹੜਾ ਸਾਧਨ ਹੈ, ਇਹ ਮਨੁੱਖ ਆਪਣੇ ਬੋਲਾਂ ਨੂੰ ਪ੍ਰਗਟਾਉਣ ਲਈ ਸਭ ਤੋਂ ਸਫਲ ਸਾਧਨ ਦੀ ਵਰਤੋਂ ਕਰਦਾ, ਜਿਹਨੂੰ ਆਪਾਂ ਬੋਲੀ ਅਤੇ ਭਾਸ਼ਾ ਕਹਿੰਦੇ ਹਾਂ। ਅਗਲਾ ਸਵਾਲ ਆਪਣੇ ਕੋਲੇ ਆ ਜਾਂਦਾ, ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਤਾਂ ਜਵਾਬ ਹੈਗਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਬੋਲੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਲਿਖਤੀ ਬੋਲੀ ਅਤੇ ਇੱਕ ਮੌਖਿਕ ਬੋਲੀ। ਅੱਗੇ ਚੱਲਦੇ ਹਾਂ ਆਪਾਂ। ਅਗਲਾ ਪ੍ਰਸ਼ਨ ਦੇਖੋ, ਸੰਵਿਧਾਨ ਦੇ ਅਨੁਸਾਰ ਭਾਰਤ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ? ਭਾਰਤੀ ਸੰਵਿਧਾਨ 'ਚ ਕਿੰਨੀਆਂ ਭਾਸ਼ਾਵਾਂ ਮਾਨਤਾ ਪ੍ਰਾਪਤ ਨੇ? ਉਹਦੇ ਵਿੱਚ ਹੈਗਾ 22 ਭਾਸ਼ਾਵਾਂ, ਅਤੇ ਪੰਜਾਬੀ ਇਹਨਾਂ 22 ਭਾਸ਼ਾਵਾਂ ਦੇ ਵਿੱਚੋਂ ਇੱਕ ਆ ਜਿਨ੍ਹਾਂ ਨੂੰ ਕਿ ਸੰਵਿਧਾਨ ਦੀ ਮਾਨਤਾ ਪ੍ਰਾਪਤ ਹੈ। ਅਗਲਾ ਸਵਾਲ ਆਪਾਂ ਲੈਂਦੇ ਹਾਂ, ਭਾਸ਼ਾ ਦਾ ਜਿਹੜਾ ਰੂਪ ਮੂੰਹ ਰਾਹੀਂ ਬੋਲਿਆ ਜਾਣ ਵਾਲਾ ਰੂਪ ਆ, ਉਹ ਕੀ ਅਖਵਾਉਂਦਾ ਹੈ? ਉਹਨੂੰ ਆਪਾਂ ਕੀ ਕਹਿੰਦੇ ਹਾਂ? ਉਸ ਨੂੰ ਆਪਾਂ ਕਹਿੰਦੇ ਹਾਂ ਭਾਸ਼ਾ ਦਾ ਮੌਖਿਕ ਰੂਪ, ਜਿਸ ਨੂੰ ਆਪਾਂ ਆਪਣੇ ਮੂੰਹ ਰਾਹੀਂ ਬੋਲਦੇ ਹਾਂ, ਬੋਲ ਕੇ ਪ੍ਰਗਟ ਕਰਦੇ ਹਾਂ, ਉਹ ਭਾਸ਼ਾ ਦਾ ਮੌਖਿਕ ਰੂਪ ਹੈ। ਅੱਗੇ ਚੱਲਦੇ ਹਾਂ ਆਪਾਂ। ਦੇਖੋ, ਭਾਸ਼ਾ ਦੀ ਕਿਤਾਬਾਂ ਵਿੱਚ ਲਿਖੇ ਰੂਪ ਨੂੰ ਕੀ ਕਹਿੰਦੇ ਨੇ? ਅਤੇ ਭਾਸ਼ਾ ਦਾ ਜਿਹੜਾ ਕਿਤਾਬਾਂ ਦੇ ਵਿੱਚ ਰੂਪ ਲਿਖਿਆ ਹੁੰਦਾ, ਉਸ ਰੂਪ ਨੂੰ ਆਪਾਂ ਕੀ ਕਹਿੰਦੇ ਹਾਂ? ਲਿਖਤੀ ਰੂਪ। ਅੱਗੇ ਚੱਲਦੇ ਹਾਂ ਪੁੱਤ ਆਪਾਂ। ਅਗਲਾ ਸਵਾਲ ਦੇਖੋ, ਪੰਜਾਬੀ ਦੀ ਰਾਜ ਭਾਸ਼ਾ ਕਿਹੜੀ ਹੈ? ਇੱਥੇ ਥੋੜ੍ਹਾ ਪ੍ਰਿੰਟ ਗਲਤ ਹੋ ਗਿਆ, ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ? ਤਾਂ ਆਪਾਂ ਜਵਾਬ ਲਵਾਂਗੇ ਪੰਜਾਬੀ, ਕਿਉਂਕਿ ਪੰਜਾਬੀ ਜਿਹੜੀ ਭਾਸ਼ਾ ਗਈ ਉਹ ਪੰਜਾਬ ਦੀ ਰਾਜ ਭਾਸ਼ਾ ਗਈ। ਅੱਗੇ ਚਲੋ, ਪੰਜਾਬੀ ਨੂੰ ਪੰਜਾਬ ਵਿੱਚ ਕੀ ਦਰਜਾ ਪ੍ਰਾਪਤ ਹੈ? ਬਿਲਕੁਲ ਉਹੀ ਉੱਪਰਲਾ ਜਿਹੜਾ ਪ੍ਰਸ਼ਨ ਸੀ, ਉਸ ਪ੍ਰਸ਼ਨ ਦਾ ਉਹ ਪ੍ਰਸ਼ਨ ਇਸ ਦਾ ਉੱਤਰ ਹੈ। ਅਤੇ ਪੰਜਾਬੀ ਨੂੰ ਪੰਜਾਬ ਦੇ ਵਿੱਚ ਕੀ ਦਰਜਾ ਪ੍ਰਾਪਤ ਹੈ? ਰਾਜ ਭਾਸ਼ਾ ਦਾ। ਅੱਗੇ ਆਪਾਂ ਲੈਂਦੇ ਹਾਂ, ਕਿਸੇ ਪ੍ਰਾਂਤ ਦੇ ਵੱਖ-ਵੱਖ ਇਲਾਕਿਆਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਵਿੱਚ ਕੀ ਫਰਕ ਹੁੰਦਾ ਹੈ? ਹੁਣ ਇਹਨੂੰ ਥੋੜ੍ਹਾ ਐਕਸਪਲੇਨ ਕਰਨਾ, ਇਹਦੀ ਮੈਂ ਖੋਲ੍ਹ ਕੇ ਤੁਹਾਨੂੰ ਵਿਆਖਿਆ ਕਰਕੇ ਦੱਸਦਾ ਕੀ ਪ੍ਰਸ਼ਨ ਹੈ ਇਹ। ਮੰਨ ਲਓ ਆਪਣਾ ਪੰਜਾਬ ਆ, ਪੰਜਾਬ ਦੇ 22 ਜ਼ਿਲ੍ਹੇ ਨੇ। ਹੁਣ 22 ਜ਼ਿਲ੍ਹਿਆਂ ਦੇ ਵਿੱਚ ਕੋਈ 5-7 ਜ਼ਿਲ੍ਹਿਆਂ ਦਾ ਇੱਕ ਅੱਡ ਇਲਾਕਾ ਬਣਦਾ, ਕੋਈ 5-7 ਜ਼ਿਲ੍ਹਿਆਂ ਦਾ ਇੱਕ ਅੱਡ ਇਲਾਕਾ ਬਣਦਾ। ਇਸ ਤਰ੍ਹਾਂ ਇਹ 4-5 ਇਲਾਕੇ ਬਣ ਜਾਂਦੇ ਆ, ਜਿੱਥੋਂ ਦੀ ਬੋਲੀ ਹੈ ਜਿਹੜੀ ਉਹ ਅਲੱਗ-ਅਲੱਗ ਤਰ੍ਹਾਂ ਦੀ ਆ। ਉਹ ਭਾਸ਼ਾ ਦਾ ਇਲਾਕਾਈ ਰੂਪ ਹੁੰਦਾ, ਜਿਹਨੂੰ ਆਪਾਂ ਉਪ ਬੋਲੀ ਜਾਂ ਉਪ ਭਾਸ਼ਾ ਕਹਿੰਦੇ ਹਾਂ। ਉਹ ਕਿਸੇ ਇੱਕ ਖਾਸ ਇਲਾਕੇ ਦੇ, ਜਿਵੇਂ ਆਪਣਾ ਬਰਨਾਲਾ, ਸੰਗਰੂਰ, ਮਾਨਸਾ, ਬਠਿੰਡਾ ਇਹ ਲੈ ਲਈਏ, ਇਹਨੂੰ ਆਪਾਂ ਮਾਲਵਾ ਇਲਾਕਾ ਕਹਿੰਦੇ ਹਾਂ। ਇਸ ਮਾਲਵੇ ਇਲਾਕੇ ਦੇ ਵਿੱਚ ਜਿਹੜੀ ਬੋਲੀ ਜਾਣ ਵਾਲੀ ਭਾਸ਼ਾ, ਉਸ ਭਾਸ਼ਾ ਦਾ ਕਿਸੇ ਹੋਰ ਇਲਾਕੇ ਦੀ, ਜਿਵੇਂ ਅੰਮ੍ਰਿਤਸਰ, ਤਰਨਤਾਰਨ ਦੇ ਏਰੀਏ ਦੀ ਬੋਲੀ ਜਿਹੜੀ, ਉਹਨੂੰ ਆਪਾਂ ਮਾਝੇ ਦੀ ਬੋਲੀ ਕਹਿ ਦਿੰਦੇ ਹਾਂ। ਮਾਝੇ ਦੇ ਇਲਾਕੇ ਦੀ ਬੋਲੀ ਦਾ ਅਤੇ ਮਾਲਵੇ ਦੇ ਇਲਾਕੇ ਦੀ ਬੋਲੀ ਦਾ ਆਪਸ 'ਚ ਫਰਕ ਕੀ ਹੁੰਦਾ? ਦੋਨਾਂ 'ਚ ਕੀ ਫਰਕ ਆ? ਉਹਦਾ ਜਵਾਬ ਆਪਾਂ ਲਿਖਾਂਗੇ ਸ਼ਬਦਾਵਲੀ ਅਤੇ ਉਚਾਰਨ ਦਾ। ਕਈ ਤਾਂ ਸ਼ਬਦਾਂ ਦਾ ਹੀ ਫਰਕ ਆ ਕਿ ਆਪਾਂ ਕੁਛ ਹੋਰ ਕਹਿੰਦੇ ਹਾਂ, ਉਹ ਕੁਛ ਹੋਰ ਕਹਿੰਦੇ ਆ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਆਪਣੇ ਕਿਸੇ ਦੋਸਤ ਨੂੰ ਤੁਸੀਂ ਕਹਿ ਦਿੰਦੇ ਹੋ, ਆਹ ਪੈਨ ਕਿੱਥੋਂ ਲਿਆਂਦਾ, ਆਹ ਕਾਪੀ ਕਿੱਥੋਂ ਲਿਆਂਦੀ ਹੈ। ਅਤੇ ਅੰਮ੍ਰਿਤਸਰ ਏਰੀਏ, ਤਰਨਤਾਰਨ ਏਰੀਏ ਦੇ ਜਿੱਥੇ ਮਾਝੀ ਬੋਲੀ ਜਾਂਦੀ ਆ, ਉਹ ਲਿਆਂਦਾ ਨਹੀਂ ਕਹਿੰਦੇ, ਉਹ ਖੜਿਆ ਕਹਿੰਦੇ ਆ। ਪੈਨ ਕਿੱਥੋਂ ਖੜਿਆ, ਕਾਪੀ ਕਿੱਥੋਂ ਖੜੀ ਆ। ਸ਼ਬਦਾਂ ਦਾ ਫਰਕ ਪੈ ਗਿਆ ਅਤੇ ਉਚਾਰਨ ਦਾ ਵੀ ਫਰਕ ਆ। ਉਚਾਰਨ ਦਾ ਫਰਕ ਕਿਵੇਂ? ਉਹਦੇ ਵਾਸਤੇ ਮੈਂ ਇੱਕ ਉਦਾਹਰਨ ਦਿੰਦਾ। ਮੰਨ ਲਓ ਆਪਾਂ ਜਦੋਂ ਨਹਾਉਂਦੇ ਹਾਂ, ਨਹਾਉਣ ਸਮੇਂ ਜਿਹੜਾ ਆਪਾਂ ਪਾਣੀ ਇੱਕ ਜਗ੍ਹਾ ਇਕੱਤਰ ਕਰਦੇ ਹਾਂ ਬਾਲਟੀ 'ਚ, ਆਪਾਂ ਉਹਨੂੰ ਕਹਿੰਦੇ ਹਾਂ ਬਾਲਟੀ। ਸ਼ਬਦ ਬਾਲਟੀ ਹੋਈ ਆ, ਅਤੇ ਮਾਝੇ ਦੇ ਵਿੱਚ ਕੀ ਕਰਦੇ ਆ, ਅੰਮ੍ਰਿਤਸਰ, ਤਰਨਤਾਰਨ ਏਰੀਏ 'ਚ ਉਹ ਬਾਲਟੀ। ਠੀਕ ਆ, ਸ਼ਬਦ ਉਹੀ ਆ, ਉਹਦਾ ਉਚਾਰਨ ਦਾ ਫਰਕ ਆ। ਉਹ ਸ਼ਬਦ ਦਾ ਉਚਾਰਨ ਹੋਰ ਤਰ੍ਹਾਂ ਕਰਦੇ ਨੇ। ਇਸ ਕਰਕੇ ਕਿਸੇ ਪ੍ਰਾਂਤ ਦੇ ਵੱਖ-ਵੱਖ ਇਲਾਕਿਆਂ 'ਚ ਬੋਲੀ ਜਾਣ ਵਾਲੀ ਭਾਸ਼ਾ 'ਚ ਫਰਕ ਕਾਹਦਾ ਹੁੰਦਾ? ਸ਼ਬਦਾਵਲੀ ਦਾ ਫਰਕ ਹੁੰਦਾ ਅਤੇ ਉਚਾਰਨ ਦਾ ਫਰਕ ਹੁੰਦਾ। ਉਮੀਦ ਹੈ ਤੁਹਾਨੂੰ ਇਹ ਕੁਐਸਚਨ ਥੋੜ੍ਹਾ ਟਿਪੀਕਲ ਤਾਂ ਲੱਗਿਆ ਹੋਊਗਾ, ਪਰ ਤੁਹਾਨੂੰ ਸਮਝ ਆ ਗਿਆ ਹੋਊਗਾ। ਅੱਗੇ ਆਪਾਂ ਚੱਲਦੇ ਹਾਂ। ਅਗਲਾ ਪ੍ਰਸ਼ਨ ਦੇਖੋ, ਬੋਲਚਾਲ ਦੀ ਬੋਲੀ ਦੇ ਇਲਾਕਾਈ ਰੂਪ ਨੂੰ ਕੀ ਕਹਿੰਦੇ ਨੇ? ਇਹ ਮੈਂ ਪਿਛਲੇ ਪ੍ਰਸ਼ਨ ਨੂੰ ਐਕਸਪਲੇਨ ਕਰਨ ਸਮੇਂ ਤੁਹਾਨੂੰ ਦੱਸ ਹੀ ਗਿਆ ਕਿ ਜਿਹੜਾ ਬੋਲਚਾਲ ਦੀ ਆਪਾਂ ਬੋਲੀ ਬੋਲਦੇ ਹਾਂ, ਉਹਦਾ ਇਲਾਕਾਈ ਰੂਪ ਕੀ ਹੁੰਦਾ? ਉਹਨੂੰ ਆਪਾਂ ਕਹਿੰਦੇ ਹਾਂ ਉਪ ਬੋਲੀ ਜਾਂ ਉਪ ਭਾਸ਼ਾ। ਜਿਵੇਂ ਮਲਵਈ ਇੱਕ ਉਪ ਬੋਲੀ ਹੈ, ਮਾਝੀ ਇੱਕ ਉਪ ਬੋਲੀ ਹੈ, ਦੁਆਬੀ ਇੱਕ ਉਪ ਬੋਲੀ ਹੈ। ਇਹਨੂੰ ਆਪਾਂ ਕਹਿੰਦੇ ਹਾਂ ਉਪ ਬੋਲੀ ਜਾਂ ਉਪ ਭਾਸ਼ਾ। ਅਗਲਾ ਪ੍ਰਸ਼ਨ ਆਪਣੇ ਕੋਲ ਆ ਜਾਂਦਾ, ਪੰਜਾਬੀ ਭਾਸ਼ਾ ਦੀਆਂ ਉਪ ਬੋਲੀਆਂ ਦੇ ਨਾਮ ਲਿਖੋ। ਪੰਜਾਬੀ ਭਾਸ਼ਾ ਦੀਆਂ ਕਿਹੜੀਆਂ-ਕਿਹੜੀਆਂ ਉਪ ਬੋਲੀਆਂ ਨੇ? ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੀਆਂ ਬੋਲੀਆਂ ਜਾਂਦੀਆਂ ਨੇ, ਮੈਂ ਪਹਿਲਾਂ ਦੱਸ ਕੇ ਹਟਿਆ, ਉਹਨੂੰ ਆਪਾਂ ਕੀ ਨਾਮ ਦਿੰਦੇ ਹਾਂ? ਉਹ ਕਿਹੜੀਆਂ-ਕਿਹੜੀਆਂ ਬੋਲੀਆਂ ਨੇ? ਮਾਝੀ, ਦੁਆਬੀ, ਮਲਵਈ, ਪੁਆਧੀ, ਪੋਠੋਹਾਰੀ, ਮੁਲਤਾਨੀ। ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਪੁੱਤ, ਮਹੱਤਵਪੂਰਨ ਪ੍ਰਸ਼ਨ ਹੈ ਇਹ। ਅਗਲਾ ਪ੍ਰਸ਼ਨ ਆਪਾਂ ਲੈਂਦੇ ਹਾਂ। ਦੇਖੋ, ਮਾਝੀ ਉਪਬੋਲੀ ਬੋਲਦੇ 2 ਜ਼ਿਲ੍ਹਿਆਂ ਦੇ ਨਾਮ ਲਿਖੋ। ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮਾਝੀ ਉਪਬੋਲੀ ਬੋਲੀ ਜਾਂਦੀ ਆ, ਉਹ ਜ਼ਿਲ੍ਹੇ ਹੈਗੇ ਨੇ ਅੰਮ੍ਰਿਤਸਰ, ਤਰਨਤਾਰਨ। ਅੱਗੇ ਚੱਲਦੇ ਹਾਂ ਆਪਾਂ। ਅਗਲਾ ਪ੍ਰਸ਼ਨ ਆਪਣੇ ਕੋਲ ਆ ਜਾਂਦਾ। ਦੇਖੋ, ਦੁਆਬੀ ਉਪਬੋਲੀ ਬੋਲਦੇ 2 ਜ਼ਿਲ੍ਹਿਆਂ ਦੇ ਨਾਂ, ਜਿੱਥੇ ਕਿ ਉਪਬੋਲੀ ਦੁਆਬੀ ਬੋਲੀ ਜਾਂਦੀ ਹੈ। ਉਹ ਜ਼ਿਲ੍ਹੇ ਹੈਗੇ ਨੇ ਜਲੰਧਰ, ਕਪੂਰਥਲਾ। ਅਗਲਾ ਪ੍ਰਸ਼ਨ ਵੀ ਇਸ ਨਾਲ ਦਾ ਹੀ ਮਿਲਦਾ ਜੁਲਦਾ, ਮਲਵਈ ਉਪਬੋਲੀ ਬੋਲਦੇ ਜ਼ਿਲ੍ਹੇ ਕਿਹੜੇ ਨੇ? ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮਲਵਈ ਬੋਲੀ ਜਾਂਦੀ ਹੈ।
ਇਹ ਹੈਗੇ ਨੇ ਬਰਨਾਲਾ, ਸੰਗਰੂਰ, ਮਾਨਸਾ, ਬਠਿੰਡਾ। ਇੱਥੇ ਮਲਵਈ ਉਪਬੋਲੀ ਬੋਲੀ ਜਾਂਦੀ ਹੈ। ਅਗਲਾ ਪ੍ਰਸ਼ਨ, ਪੁਆਧੀ ਉਪਬੋਲੀ ਬੋਲਦੇ ਇਲਾਕੇ ਕਿਹੜੇ ਕਿਹੜੇ ਨੇ? ਉਹਨਾਂ ਦੇ ਨਾਮ ਲਿਖਣੇ ਨੇ ਆਪਾਂ। ਜਵਾਬ ਆਪਣੇ ਕੋਲੇ ਆ ਜਾਂਦਾ ਜ਼ਿਲ੍ਹਾ ਰੋਪੜ ਅਤੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਿੱਥੇ ਕਿ ਪੁਆਧੀ ਉਪਬੋਲੀ ਬੋਲੀ ਜਾਂਦੀ ਹੈ। ਅਗਲਾ ਪ੍ਰਸ਼ਨ ਦੇਖੋ, ਆਪਾਂ ਲੈਂਦੇ ਹਾਂ, ਸਾਰੇ ਪੰਜਾਬ ਵਿੱਚ ਵਰਤੀ ਜਾਣ ਵਾਲੀ ਸਰਬ ਸਾਂਝੀ ਭਾਸ਼ਾ ਨੂੰ ਕੀ ਕਹਿੰਦੇ ਨੇ? ਮੰਨ ਲਓ ਮਾਲਵੇ ਦੀ ਜਿਹੜੀ ਬੋਲੀ ਆ ਉਹ ਮਾਝੇ ਵਾਲਿਆਂ ਨੂੰ ਘੱਟ ਸਮਝ ਆਉਂਦੀ ਹੈ, ਅਤੇ ਮਾਝੇ ਦੀ ਬੋਲੀ ਆ ਜਿਹੜੀ ਉਹ ਮਾਲਵੇ ਵਾਲਿਆਂ ਨੂੰ ਘੱਟ ਸਮਝ ਆਉਂਦੀ ਹੈ, ਅਤੇ ਇਸ ਤਰ੍ਹਾਂ ਦੀ ਜਿਹੜੀ ਬੋਲੀ ਹੈ ਜਿਹੜੀ ਪੂਰੇ ਪੰਜਾਬ 'ਚ ਸਾਰਿਆਂ ਨੂੰ ਹੀ ਸਮਝ ਆਉਂਦੀ ਹੈ, ਸਰਬ ਸਾਂਝੀ ਭਾਸ਼ਾ ਸਾਰੇ ਪੰਜਾਬ 'ਚ ਵਰਤੀ ਜਾਣ ਵਾਲੀ, ਉਹ ਭਾਸ਼ਾ ਨੂੰ ਕੀ ਕਹਿੰਦੇ ਆਪਾਂ? ਤਾਂ ਜਵਾਬ ਆਪਣੇ ਕੋਲ ਆ ਜਾਂਦਾ ਦੇਖੋ, ਮਿਆਰੀ, ਟਕਸਾਲੀ ਜਾਂ ਸਾਹਿਤਕ ਭਾਸ਼ਾ। ਤੁਸੀਂ ਇਹਨਾਂ 'ਚੋਂ ਕੋਈ ਵੀ ਇੱਕ ਲਿਖ ਸਕਦੇ ਹੋ। ਮਿਆਰੀ ਭਾਸ਼ਾ ਲਿਖ ਸਕਦੇ ਹੋ, ਟਕਸਾਲੀ ਭਾਸ਼ਾ ਲਿਖ ਸਕਦੇ ਹੋ, ਸਾਹਿਤਕ ਭਾਸ਼ਾ ਲਿਖ ਸਕਦੇ ਹੋ, ਇੱਕੋ ਹੀ ਗੱਲ ਹੈ ਇਹਨਾਂ ਦਾ ਮਤਲਬ। ਅੱਗੇ ਚੱਲਦੇ ਹਾਂ ਆਪਾਂ, ਕਿਹੜੀ ਭਾਸ਼ਾ ਸਿੱਖਿਆ ਦੀਆਂ ਲੋੜਾਂ ਪੂਰੀਆਂ ਕਰਦੀ ਹੈ? ਜਵਾਬ ਉੱਪਰਲੇ ਪ੍ਰਸ਼ਨ ਵਾਲਾ ਸੇਮ ਹੀ ਹੈ ਆਪਣੇ ਕੋਲੇ, ਕਿ ਮਿਆਰੀ, ਟਕਸਾਲੀ ਜਾਂ ਸਾਹਿਤਕ ਭਾਸ਼ਾ ਜਿਹੜੀ ਕਿ ਸਿੱਖਿਆ ਦੀਆਂ ਲੋੜਾਂ ਪੂਰੀਆਂ ਕਰਦੀ ਹੈ। ਅਗਲਾ ਪ੍ਰਸ਼ਨ ਦੇਖੋ, ਧੁਨੀ ਦਾ ਕੀ ਅਰਥ ਹੈ? ਆਪਾਂ ਪੜ੍ਹਦੇ ਹਾਂ ਧੁਨੀ ਵਿਆਕਰਨ ਦੇ ਵਿੱਚ ਕਿ ਧੁਨੀ ਕੀ ਹੁੰਦੀ ਹੈ। ਧੁਨੀ ਦਾ ਅਰਥ ਹੁੰਦਾ ਆਵਾਜ਼। ਅਗਲਾ ਪ੍ਰਸ਼ਨ ਲੈਂਦੇ ਹਾਂ ਪੁੱਤ ਆਪਾਂ, ਸ਼ਬਦ ਕਾਹਦੇ ਤੋਂ ਬਣਦੇ ਨੇ? ਤਾਂ ਜਵਾਬ ਹੈਗਾ ਧੁਨੀਆਂ ਤੋਂ। ਇੱਕ ਜਾਂ ਦੋ ਚਾਰ ਧੁਨੀਆਂ ਇਕੱਠੀਆਂ ਹੁੰਦੀਆਂ ਅਤੇ ਇੱਕ ਸ਼ਬਦ ਬਣ ਜਾਂਦਾ। 2-4 ਸ਼ਬਦ ਇਕੱਠੇ ਹੁੰਦੇ ਆ ਤਾਂ ਇੱਕ ਵਾਕ ਬਣ ਜਾਂਦਾ। ਅੱਗੇ ਚੱਲਦੇ ਹਾਂ ਆਪਾਂ, ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਨੇ? ਜਵਾਬ ਹੈਗਾ 2 ਪ੍ਰਕਾਰ ਦੀਆਂ, ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ। ਅਗਲਾ ਪ੍ਰਸ਼ਨ, ਸਵਰ ਧੁਨੀਆਂ ਕੀ ਨੇ? ਜੇ ਆਪਾਂ ਹੁਣ ਕਹੀਏ ਵੀ ਧੁਨੀਆਂ 2 ਪ੍ਰਕਾਰ ਦੀਆਂ ਹੁੰਦੀਆਂ ਨੇ, ਇੱਕ ਸਵਰ ਧੁਨੀਆਂ ਹੁੰਦੀਆਂ ਨੇ, ਇੱਕ ਵਿਅੰਜਨ ਧੁਨੀਆਂ ਹੁੰਦੀਆਂ ਨੇ, ਤਾਂ ਇਹ ਗੱਲ ਇੱਥੇ ਜਾਣ ਲੈਣੀ ਮਹੱਤਵਪੂਰਨ ਹੈ ਕਿ ਫਿਰ ਸਵਰ ਧੁਨੀਆਂ ਕਿਹੜੀਆਂ ਹੁੰਦੀਆਂ ਨੇ, ਵਿਅੰਜਨ ਧੁਨੀਆਂ ਕਿਹੜੀਆਂ ਹੁੰਦੀਆਂ ਨੇ। ਅਤੇ ਇਸ ਲਈ ਇਹ ਪ੍ਰਸ਼ਨ ਆਪਣੇ ਕੋਲ ਅੱਗੇ ਆ ਗਿਆ, ਸਵਰ ਧੁਨੀਆਂ ਕੀ ਹੁੰਦੀਆਂ ਨੇ? ਇਹਦਾ ਜਵਾਬ ਆਪਾਂ ਕੀ ਲਿਖਾਂਗੇ ਕਿ ਜਿਨ੍ਹਾਂ ਧੁਨੀਆਂ ਦਾ ਉਚਾਰਨ ਕਰਨ ਸਮੇਂ ਮੂੰਹ ਵਿੱਚੋਂ ਆਉਂਦੀ ਹੋਈ ਹਵਾ ਨੂੰ ਬੇਰੋਕ ਬਾਹਰ ਕੱਢਿਆ ਜਾਂਦਾ ਜਾਂ ਹਵਾ ਬਾਹਰ ਬੇਰੋਕ ਨਿਕਲਦੀ ਆ, ਉਹਨੂੰ ਆਪਾਂ ਕਹਿੰਦੇ ਹਾਂ ਸਵਰ ਧੁਨੀਆਂ। ਜਿਵੇਂ ਪੰਜਾਬੀ ਦੇ ਵਿੱਚ ਊੜਾ, ਆੜਾ, ਈੜੀ 3 ਸਵਰ ਵਾਹਕ ਨੇ। ਜਦੋਂ ਇਹਨਾਂ ਨੂੰ ਲੱਗਣ ਵਾਲੀਆਂ ਲਗਾ ਮਾਤਰਾ ਲਗਾ ਕੇ ਆਪਾਂ ਲਿਖਦੇ ਹਾਂ ਤਾਂ ਇਹ 10 ਸਵਰ ਧੁਨੀਆਂ ਨੇ ਪੰਜਾਬੀ ਦੀਆਂ। ਜਦੋਂ ਆਪਾਂ ਇਹਨਾਂ ਦਾ ਉਚਾਰਨ ਕਰਦੇ ਹਾਂ ਤਾਂ ਜਿਹੜਾ ਸਾਹ ਹੈਗਾ ਆਪਣਾ ਅੰਦਰੋਂ ਆ ਰਿਹਾ, ਮੂੰਹ ਦੇ ਵਿੱਚੋਂ ਹਵਾ ਜਿਹੜੀ ਆ ਰਹੀ ਹੈ ਉਹ ਬੇਰੋਕ ਬਾਹਰ ਨਿਕਲਦੀ ਹੈ। ਅਗਲਾ ਪ੍ਰਸ਼ਨ ਆਪਾਂ ਲੈਂਦੇ ਹਾਂ ਦੇਖੋ, ਵਿਅੰਜਨ ਧੁਨੀਆਂ ਕੀ ਹੁੰਦੀਆਂ ਨੇ? ਆਪਾਂ ਪੜ੍ਹਿਆ ਸੀ ਕਿ ਧੁਨੀਆਂ 2 ਪ੍ਰਕਾਰ ਦੀਆਂ ਨੇ, ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ। ਸਵਰ ਧੁਨੀਆਂ ਕੀ ਹੁੰਦੀਆਂ ਨੇ ਆਪਾਂ ਪੜ੍ਹ ਲਿਆ, ਅਤੇ ਹੁਣ ਵਿਅੰਜਨ ਧੁਨੀਆਂ ਕੀ ਹੁੰਦੀਆਂ ਨੇ ਇਹ ਪੜ੍ਹਨਾ ਵੀ ਬਹੁਤ ਜ਼ਰੂਰੀ ਆ। ਇਹਦਾ ਜਵਾਬ ਦੇਖੋ ਆਪਾਂ ਕੀ ਲਿਖਾਂਗੇ ਕਿ ਜਿਨ੍ਹਾਂ ਧੁਨੀਆਂ ਦਾ ਉਚਾਰਨ ਕਰਨ ਸਮੇਂ ਮੂੰਹ ਵਿੱਚੋਂ ਆਉਂਦੀ ਹੋਈ ਹਵਾ ਨੂੰ ਕੋਈ ਨਾ ਕੋਈ ਉਚਾਰਨ ਅੰਗ ਰੁਕਾਵਟ ਪਾਉਂਦਾ ਹੈ, ਉਹਨੂੰ ਅਸੀਂ ਵਿਅੰਜਨ ਧੁਨੀਆਂ ਕਹਿੰਦੇ ਹਾਂ। ਉਚਾਰਨ ਅੰਗ ਕੀ ਹੁੰਦਾ ਇੱਥੇ ਜਾਣ ਲੈਣਾ ਜ਼ਰੂਰੀ ਆ। ਜਦੋਂ ਆਪਾਂ ਪੰਜਾਬੀ ਦੇ ਅੱਖਰਾਂ ਦੀ ਊੜਾ ਆੜਾ ਲਿਖਦੇ ਹਾਂ, ਗੁਰਮੁਖੀ ਵਰਨਮਾਲਾ ਦੀ ਗੱਲ ਕਰਦੇ ਹਾਂ, ਪਹਿਲਾ ਜਿਹੜਾ ਊੜਾ ਆੜਾ ਈੜੀ ਹਾਹੇ ਤੱਕ ਆਪਣੇ ਕੋਲੇ ਮੁੱਖ ਟੋਲੀ ਹੁੰਦੀ ਆ। ਦੂਸਰੀ ਲਾਈਨ ਕੱਕੇ ਵਾਲੀ ਆਪਣੇ ਕੋਲੇ ਸਾਰੇ ਕੰਠੀ ਵਿਅੰਜਨ ਨੇ, ਇਹਨਾਂ ਸਾਰਿਆਂ ਦਾ ਉਚਾਰਨ ਆਪਾਂ ਕੰਠ ਚੋਂ ਗਲ ਚੋਂ ਕਰਦੇ ਹਾਂ, ਅਤੇ ਕੰਠ ਇੱਕ ਉਚਾਰਨ ਅੰਗ ਆ। ਉਸ ਤੋਂ ਬਾਅਦ ਚੱਚੇ ਵਾਲੀ ਲਾਈਨ ਆ ਜਾਂਦੀ ਹੈ ਆਪਣੇ ਕੋਲ ਚ ਵਰਗ। ਚ ਵਰਗ ਜਿਹੜਾ ਆਪਣੇ ਕੋਲੇ ਆਪਾਂ ਜਦੋਂ ਉਚਾਰਨ ਕਰਦੇ ਹਾਂ ਸਾਰਿਆਂ ਦਾ, ਚੱਚਾ, ਛੱਛਾ, ਜੱਜਾ, ਤਾਂ ਇਹ ਸਾਰੇ ਜੀਵ ਆ ਜਿਹੜੀ ਇਹਨਾਂ ਸਾਰਿਆਂ ਦਾ ਉਚਾਰਨ ਕਰਨ ਸਮੇਂ ਆਪਣੇ ਤਾਲੂਏ ਨਾਲ ਲੱਗਦੀ ਹੈ, ਇਸ ਕਰਕੇ ਤਾਲਵੀ ਵਿਅੰਜਨ ਨੇ, ਅਤੇ ਤਾਲੂਆ ਵੀ ਇੱਕ ਉਚਾਰਨ ਅੰਗ ਆ। ਇਸ ਤਰ੍ਹਾਂ ਹੀ ਕੰਠ, ਤਾਲੂਆ ਅਤੇ ਜੀਭ ਕਹਿ ਲਈਏ, ਬੁੱਲ ਕਹਿ ਲਈਏ, ਦੰਦ ਕਹਿ ਲਈਏ, ਇਹ ਸਾਰੇ ਆਪਣੇ ਉਚਾਰਨ ਅੰਗ ਨੇ। ਹੁਣ ਆਪਾਂ ਇਸ ਪ੍ਰਸ਼ਨ ਨੂੰ ਦੁਬਾਰਾ ਪੜ੍ਹਦੇ ਹਾਂ। ਦੇਖੋ, ਵਿਅੰਜਨ ਧੁਨੀਆਂ ਕੀ ਹੁੰਦੀਆਂ ਨੇ? ਜਿਨ੍ਹਾਂ ਧੁਨੀਆਂ ਦਾ ਉਚਾਰਨ ਕਰਨ ਸਮੇਂ ਮੂੰਹ ਵਿੱਚੋਂ ਆਉਂਦੀ ਹੋਈ ਹਵਾ ਨੂੰ ਕੋਈ ਨਾ ਕੋਈ ਉਚਾਰਨ ਅੰਗ ਰੁਕਾਵਟ ਪਾਉਂਦਾ, ਉਹਨੂੰ ਅਸੀਂ ਵਿਅੰਜਨ ਧੁਨੀਆਂ ਕਹਿੰਦੇ ਹਾਂ। ਉਚਾਰਨ ਅੰਗ ਕੋਈ ਵੀ ਰੁਕਾਵਟ ਪਾ ਸਕਦਾ, ਕੰਠ 'ਚੋਂ ਵੀ ਰੁਕਾਵਟ ਪੈ ਸਕਦੀ ਹੈ, ਜੀਭ ਤੋਂ ਵੀ ਪੈ ਸਕਦੀ ਹੈ, ਤਾਲੂਏ ਤੋਂ ਵੀ ਪੈ ਸਕਦੀ ਹੈ, ਦੰਦਾਂ ਤੋਂ ਵੀ ਪੈ ਸਕਦੀ ਹੈ, ਅਤੇ ਹੋਂਠਾਂ ਤੋਂ ਯਾਨੀ ਦੋਨੇ ਬੁੱਲਾਂ ਤੋਂ ਵੀ ਪੈ ਸਕਦੀ ਹੈ। ਇਸ ਕਰਕੇ ਸਾਰੇ ਉਚਾਰਨ ਅੰਗ ਨੇ। ਜਦੋਂ ਇਹ ਕਿਤੇ ਨਾ ਕਿਤੇ ਰੁਕਾਵਟ ਪਾਉਂਦੇ ਨੇ ਉਚਾਰਨ ਕਰਨ ਸਮੇਂ ਧੁਨੀਆਂ ਦਾ, ਤਾਂ ਆਪਾਂ ਕਹਿੰਦੇ ਹਾਂ ਕਿ ਉਹ ਵਿਅੰਜਨ ਧੁਨੀਆਂ ਨੇ। ਅਤੇ ਜਦੋਂ ਰੁਕਾਵਟ ਨਹੀਂ ਪੈਂਦੀ, ਬੇਰੋਕ ਹਵਾ ਬਾਹਰ ਨਿਕਲਦੀ ਹੈ ਜਾਂ ਆਪਾਂ ਬਾਹਰ ਕੱਢਦੇ ਹਾਂ, ਤਾਂ ਉਹਨੂੰ ਆਪਾਂ ਸਵਰ ਧੁਨੀਆਂ ਕਹਿੰਦੇ ਹਾਂ। ਅਗਲਾ ਪ੍ਰਸ਼ਨ ਦੇਖੋ ਆਪਾਂ ਲੈਂਦੇ ਹਾਂ, ਸਵਰ ਵਾਹਕ ਅਤੇ ਸਵਰ ਕੀ ਨੇ? ਇਹ ਮੈਂ ਪਹਿਲਾਂ ਹੀ ਵੈਸੇ ਦੱਸ ਚੁੱਕਿਆ। ਊੜਾ, ਆੜਾ, ਈੜੀ ਇਹ ਸਵਰ ਵਾਹਕ ਨੇ, ਅਤੇ ਲਗਾ ਮਾਤਰਾ ਜਦੋਂ ਆਪਾਂ ਇਹਨਾਂ ਨੂੰ ਲੱਗਣ ਵਾਲੀਆਂ ਲਗਾ ਮਾਤਰਾ ਲਿਖ ਕੇ ਲਿਖਦੇ ਹਾਂ ਤਾਂ 10 ਸਵਰ ਬਣਦੇ ਨੇ ਪੰਜਾਬੀ ਦੇ। ਅੜਾ ਮੁਕਤਾ, ਕੰਨਾ, ਸਿਹਾਰੀ, ਵਿਹਾਰੀ, ਔਂਕੜ, ਦਲੈਂਕੜ, ਲਾਂ, ਦਲਾਂ, ਹੋੜਾ, ਕਨੌੜਾ, ਇਹ 10 ਸਵਰ ਨੇ। ਅਤੇ ਇਹਨਾਂ ਨੂੰ ਇਸੇ ਤਰਤੀਬ ਦੇ ਵਿੱਚ ਹੀ ਯਾਦ ਕਰੋਗੇ ਤਾਂ ਬਹੁਤ ਸੌਖਾ ਰਹੂਗਾ, ਅਤੇ ਤੁਹਾਨੂੰ ਅੱਗੇ ਇਹ ਹੋਰ ਪ੍ਰਸ਼ਨਾਂ ਦੇ ਵਿੱਚ ਵੀ ਇਹਦੀ ਜਿਹੜੀ ਇਹ ਤਰਤੀਬ ਹੈ ਇਹ ਬਹੁਤ ਕੰਮ ਆਉਂਦੀ ਹੈ। ਅੱਗੇ ਚੱਲਦੇ ਹਾਂ ਆਪਾਂ। ਦੇਖੋ, ਅਗਲਾ ਪ੍ਰਸ਼ਨ ਆਪਾਂ ਲੈ ਲੈਂਦੇ ਹਾਂ, ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਕੁਝ ਆਵਾਜ਼ ਨੱਕ ਰਾਹੀਂ ਬਾਹਰ ਨਿਕਲਦੀ ਹੈ, ਉਹਨਾਂ ਨੂੰ ਕਿਹੜੀਆਂ ਧੁਨੀਆਂ ਕਹਿੰਦੇ ਨੇ? ਤਾਂ ਜਵਾਬ ਹੈਗਾ ਨਾਸਕੀ ਜਾਂ ਅਨੁਨਾਸਿਕ ਧੁਨੀਆਂ। ਦੋਨਾਂ 'ਚੋਂ ਕੋਈ ਇੱਕ ਲਿਖ ਸਕਦੇ ਹੋ, ਜ਼ਰੂਰੀ ਨਹੀਂ ਵੀ ਦੋਨੇ ਹੀ ਲਿਖਣੀਆਂ ਨੇ। ਨਾਸਕੀ ਧੁਨੀਆਂ ਲਿਖ ਲਓ ਜਾਂ ਅਨੁਨਾਸਿਕ ਧੁਨੀਆਂ ਲਿਖ ਲਓ। ਇਹ ਉਹ ਧੁਨੀਆਂ ਨੇ ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਜਿਹੜੀ
ਕੁਝ ਆਵਾਜ਼ ਆ ਉਹ ਨੱਕ ਰਾਹੀਂ ਬਾਹਰ ਨਿਕਲਦੀ ਆ। ਅਗਲਾ ਪ੍ਰਸ਼ਨ ਆਪਣੇ ਕੋਲੇ ਆ ਜਾਂਦਾ, ਨਾਸਕੀ ਧੁਨੀਆਂ ਨੂੰ ਪ੍ਰਗਟ ਕਰਨ ਵਾਲੇ 5 ਅੱਖਰ, ਗੁਰਮੁਖੀ ਵਰਨਮਾਲਾ ਦੇ 5 ਅੱਖਰ ਕਿਹੜੇ ਨੇ ਜਿਨ੍ਹਾਂ ਦਾ ਉਚਾਰਨ ਆਪਾਂ ਕਰਦੇ ਹਾਂ ਨੱਕ ਰਾਹੀਂ ਕਰਦੇ ਹਾਂ? ਉਹ ਕਿਹੜੇ 5 ਅੱਖਰ ਨੇ? ਗਈਆਂ, ਅੰਗਾਂ, ਨਾਣਾ, ਨੰਨਾ, ਮੰਮਾ। ਇਹਨਾਂ 5 ਅੱਖਰਾਂ ਦਾ ਉਚਾਰਨ ਜਿਹੜਾ ਆਪਾਂ ਕਰਦੇ ਹਾਂ ਉਹ ਨੱਕ ਰਾਹੀਂ ਕਰਦੇ ਹਾਂ। ਇਸ ਕਰਕੇ ਇਹ ਪੰਜਾਬੀ ਵਰਨਮਾਲਾ, ਗੁਰਮੁਖੀ ਵਰਨਮਾਲਾ ਦੀਆਂ ਨਾਸਕੀ ਧੁਨੀਆਂ ਨੂੰ ਪ੍ਰਗਟ ਕਰਨ ਵਾਲੇ ਅੱਖਰ ਨੇ। ਅਗਲਾ ਪ੍ਰਸ਼ਨ ਆਪਾਂ ਲੈਂਦੇ ਹਾਂ, ਦੇਖੋ, ਪੰਜਾਬੀ ਵਿੱਚ ਫਾਰਸੀ ਸ਼ਬਦਾਂ ਨੂੰ ਲਿਖਣ ਲਈ ਕਿੰਨੀਆਂ ਨਵੀਆਂ ਧੁਨੀਆਂ ਨੂੰ ਸ਼ਾਮਲ ਕੀਤਾ ਗਿਆ? ਤਾਂ ਆਪਾਂ ਲੈਂਦੇ ਹਾਂ ਉਹ 5 ਨਵੀਆਂ ਧੁਨੀਆਂ ਨੂੰ ਸ਼ਾਮਲ ਕੀਤਾ ਗਿਆ। ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ ਅਤੇ ਫੱਫੇ ਪੈਰ ਬਿੰਦੀ। ਇਹਨਾਂ 5 ਧੁਨੀਆਂ ਨੂੰ ਤਾਂ ਲਿਆ ਗਿਆ ਕਿਉਂਕਿ ਪੰਜਾਬੀ ਇੱਕ ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਕਿ ਦੂਸਰੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਆਪਣੇ ਵਿੱਚ ਮਿਲਾ ਕੇ ਆਪਣਾ ਹੀ ਰੂਪ ਬਣਾ ਲੈਂਦੀ ਹੈ। ਇਸ ਕਰਕੇ ਹੋਰ ਭਾਸ਼ਾਵਾਂ ਦੇ ਸ਼ਬਦ ਜਦੋਂ ਪੰਜਾਬੀ ਦੇ ਵਿੱਚ ਆਏ, ਅਰਬੀ ਫਾਰਸੀ ਦੇ ਸ਼ਬਦ ਪੰਜਾਬੀ 'ਚ ਆਏ, ਤਾਂ ਉਹਨਾਂ ਨੂੰ ਲਿਖਣ ਵਾਸਤੇ, ਉਹਨਾਂ ਧੁਨੀਆਂ ਨੂੰ ਪ੍ਰਗਟ ਕਰਨ ਵਾਸਤੇ 5 ਅੱਖਰ ਨਵੇਂ ਵਧਾਏ ਗਏ, ਜਿਹੜੇ ਕਿ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਸਾਹਮਣੇ। ਉਹ 5 ਅੱਖਰ ਕਿਹੜੇ ਨੇ? ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ ਅਤੇ ਫੱਫੇ ਪੈਰ ਬਿੰਦੀ। ਇਹ 5 ਅੱਖਰਾਂ ਦਾ ਵਾਧਾ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਗੁਰਮੁਖੀ ਵਰਨਮਾਲਾ ਦੇ ਜਿਹੜੇ ਅੱਖਰ ਸੀਗੇ ਉਹ 35 ਹੁੰਦੇ ਸੀ, ਅਤੇ ਇਹ 5 ਅੱਖਰ ਵਧਾਉਣ ਦੇ ਨਾਲ ਅੱਖਰ ਕਿੰਨੇ ਹੋ ਗਏ? 40 ਹੋ ਗਏ। ਅਗਲਾ ਪ੍ਰਸ਼ਨ ਆਪਾਂ ਲੈਂਦੇ ਹਾਂ, ਦੇਖੋ, ਗੁਰਮੁਖੀ ਲਿਪੀ ਦੀ ਨਿਵੇਕਲੀ ਧੁਨੀ ਕਿਹੜੀ ਹੈ? ਉਹ ਇਸ ਤਰ੍ਹਾਂ ਦੀ ਧੁਨੀ ਕਿਹੜੀ ਹੈ ਜਿਹੜੀ ਹੋਰ ਭਾਸ਼ਾਵਾਂ 'ਚ ਨਹੀਂ ਮਿਲਦੀ? ਉਹ ਕਿਹੜੀ ਆ? ਲੱਲੇ ਪੈਰ ਬਿੰਦੀ। ਇਹ ਵੀ ਇੱਕ ਨਵੀਂ ਧੁਨੀ ਸ਼ਾਮਲ ਕੀਤੀ ਗਈ ਜਿਹੜੀ ਕਿ ਗੁਰਮੁਖੀ ਲਿਪੀ ਦੀ, ਗੁਰਮੁਖੀ ਵਰਨਮਾਲਾ ਦੀ ਇੱਕ ਨਿਵੇਕਲੀ ਧੁਨੀ ਹੈ, ਲੱਲੇ ਪੈਰ ਬਿੰਦੀ। ਇਹਨੂੰ ਜਦੋਂ ਆਪਾਂ ਸ਼ਾਮਲ ਕਰ ਲੈਂਦੇ ਹਾਂ ਤਾਂ ਗੁਰਮੁਖੀ ਵਰਨਮਾਲਾ ਦੇ ਕੁੱਲ ਅੱਖਰ ਕਿੰਨੇ ਹੋ ਗਏ? ਆਪਾਂ ਕਹਿੰਦੇ ਹਾਂ 41 ਹੋ ਗਏ। ਪਹਿਲਾਂ 35 ਸੀ। 5 ਫਾਰਸੀ ਸ਼ਬਦਾਂ ਜਿਹੜੀਆਂ ਫਾਰਸੀ ਸ਼ਬਦਾਂ ਨੂੰ ਲਿਖਣ ਦੇ ਲਈ ਨਵਾਂ ਵਾਧਾ ਕੀਤਾ ਗਿਆ, ਅਤੇ ਇੱਕ ਲੱਲੇ ਪੈਰ ਬਿੰਦੀ ਨਿਵੇਕਲੀ ਧੁਨੀ ਉਸ ਤੋਂ ਬਾਅਦ ਸ਼ਾਮਿਲ ਕੀਤੀ ਗਈ, ਤਾਂ ਕੁੱਲ ਅੱਖਰ ਕਿੰਨੇ ਹੋ ਗਏ? 41। ਅਗਲਾ ਪ੍ਰਸ਼ਨ ਦੇਖੋ ਆਪਾਂ ਲੈਂਦੇ ਹਾਂ, ਗੁਰਮੁਖੀ ਵਰਨਮਾਲਾ ਦੇ ਕੁੱਲ ਅੱਖਰ ਕਿੰਨੇ ਨੇ? ਇਹ ਮੈਂ ਉੱਪਰਲੇ ਦੋਵੇਂ ਪ੍ਰਸ਼ਨਾਂ ਨੂੰ ਜਦੋਂ ਵਿਆਖਿਆ ਕੀਤੀ ਉਹ 'ਚ ਦੱਸ ਹੀ ਚੁੱਕਿਆ ਕਿ ਪਹਿਲਾਂ 35 ਸੀ, ਫਿਰ 5 ਵੱਧ ਗਏ, ਫਿਰ 1 ਵੱਧ ਗਿਆ, ਟੋਟਲ ਕਿੰਨੇ ਹੋ ਗਏ? 41। ਅਗਲਾ ਪ੍ਰਸ਼ਨ ਦੇਖੋ ਆਪਾਂ ਲੈਂਦੇ ਹਾਂ ਬੇਟਾ, ਗੁਰਮੁਖੀ ਵਰਨਮਾਲਾ ਦੇ ਪਹਿਲਾਂ ਕਿੰਨੇ ਅੱਖਰ ਸਨ? ਇਹ ਵੀ ਆਪਾਂ ਗੱਲ ਕਰਕੇ ਹਟੇ ਹਾਂ ਕਿ ਗੁਰਮੁਖੀ ਵਰਨਮਾਲਾ ਦੇ ਪਹਿਲਾਂ 35 ਅੱਖਰ ਸੀਗੇ। ਅਤੇ ਗੁਰਮੁਖੀ ਵਰਨਮਾਲਾ ਦਾ ਪੁਰਾਣਾ ਨਾਮ ਕੀ ਆ? ਜੇ ਇਸ ਤਰ੍ਹਾਂ ਪ੍ਰਸ਼ਨ ਪੁੱਛ ਲਿਆ ਜਾਂਦਾ ਪੇਪਰਾਂ ਦੇ ਵਿੱਚ ਤਾਂ ਤੁਸੀਂ ਲਿਖਣਾ ਗੁਰਮੁਖੀ ਵਰਨਮਾਲਾ ਦਾ ਪੁਰਾਣਾ ਨਾਮ ਕੀ ਸੀਗਾ? 35। ਤਾਂ ਇਹਨੂੰ 35 ਵੀ ਕਿਹਾ ਜਾਂਦਾ ਸੀ ਕਿਉਂਕਿ ਇਹਦੇ 35 ਅੱਖਰ ਸੀ, 35 ਵਰਨ ਸੀ ਇਹਦੇ। ਅਗਲਾ ਸਵਾਲ ਆਪਾਂ ਲੈਂਦੇ ਹਾਂ, ਦੇਖੋ, ਗੁਰਮੁਖੀ ਵਰਨਮਾਲਾ ਦਾ ਦੂਜਾ ਨਾਮ ਕੀ ਹੈ? ਇਹ ਵੀ ਮੈਂ ਦੱਸ ਹੀ ਚੁੱਕਿਆ ਤੁਹਾਨੂੰ, ਦੂਜਾ ਨਾਮ ਕੀ ਹੈ? 35। ਅੱਗੇ ਆਪਣੇ ਕੋਲ ਸਵਾਲ ਆ ਜਾਂਦਾ, ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਢੁਕਵੀਂ ਹੈ? ਹੁਣ ਦੇਖੋ, ਜਦੋਂ ਆਪਾਂ ਮੋਬਾਈਲ ਦੇ ਰਾਹੀਂ ਕਿਸੇ ਨੂੰ ਚੈਟ ਕਰਦੇ ਹਾਂ, ਵਟਸਐਪ 'ਤੇ ਕਿਸੇ ਨੂੰ ਮੈਸੇਜ ਭੇਜਦੇ ਹਾਂ, ਆਪਾਂ ਹੀ ਕਰਦੇ ਹਾਂ, ਆਪਾਂ ਬੋਲ ਤਾਂ ਪੰਜਾਬੀ ਰਹੇ ਹੁੰਦੇ ਹਾਂ, ਪਰ ਆਪਾਂ ਉਹਨੂੰ ਰੋਮਨ ਲਿਪੀ ਦੇ ਨਾਲ ਲਿਖਦੇ ਹਾਂ, ਅੰਗਰੇਜ਼ੀ ਦੇ ਅੱਖਰਾਂ ਨਾਲ ਲਿਖ ਲੈਂਦੇ ਹਾਂ। ਤਾਂ ਉਹ ਲਿਖ ਤਾਂ ਆਪਾਂ ਲੈਂਦੇ ਹਾਂ ਪਰ ਉਹ ਬਹੁਤ ਸਪਸ਼ਟ ਨਹੀਂ ਹੁੰਦਾ। ਅਸਲ ਢੁਕਵੀਂ ਲਿਪੀ ਪੰਜਾਬੀ ਨੂੰ ਲਿਖਣ ਦੇ ਲਈ ਗੁਰਮੁਖੀ ਲਿਪੀ ਹੀ ਹੈ। ਢੁਕਵੀਂ ਲਿਪੀ ਆਪਾਂ ਇਹਨੂੰ ਕਿਉਂ ਕਹਿੰਦੇ ਹਾਂ? ਕਿਉਂਕਿ ਬਹੁਤੀ ਵਾਰੀ ਕੀ ਹੁੰਦਾ, ਜਦੋਂ ਆਪਾਂ ਕਿਸੇ ਇੱਕ ਭਾਸ਼ਾ ਨੂੰ ਕਿਸੇ ਦੂਸਰੀ ਲਿਪੀ ਨਾਲ ਲਿਖਣ ਲੱਗ ਜਾਂਦੇ ਹਾਂ ਤਾਂ ਕਈ ਵਾਰੀ ਗੱਲ ਹਾਸੋਹੀਣੀ ਬਣ ਜਾਂਦੀ ਹੈ। ਜਿਵੇਂ ਮੈਂ ਮੰਨ ਲਓ ਕਾਫੀ ਸਮਾਂ ਪਹਿਲਾਂ ਦੀ ਗੱਲ ਆ, ਮੈਂ ਆਪਣੇ ਇੱਕ ਦੋਸਤ ਨੂੰ ਮੈਸੇਜ ਕੀਤਾ, ਚੈਟ ਮੈਸੇਜ ਕੀਤਾ, ਉਹਦੇ ਵਿੱਚ ਮੈਂ ਉਹਨੂੰ ਡੇਂਜਰ ਕਿਹਾ, DANGER, ਡੇਂਜਰ। ਤਾਂ ਉਹਨੇ ਕੀ ਪੜ੍ਹਿਆ? ਉਹਨੇ ਪੜ੍ਹਨ ਸਾਰ ਮੈਨੂੰ ਫ਼ੋਨ ਕੀਤਾ, ਕਹਿੰਦਾ ਬਾਈ ਤੂੰ ਮੈਨੂੰ ਡੰਗਰ ਕਿਉਂ ਕਹੀ ਜਾਂਦਾ? ਕਹਿਣ ਦਾ ਮਤਲਬ ਕੀ ਸੀਗਾ? ਕਿਉਂਕਿ ਜਦੋਂ ਆਪਾਂ ਕਿਸੇ ਹੋਰ ਲਿਪੀ 'ਚ ਕਿਸੇ ਹੋਰ 'ਚ ਲਿਖਿਆ, ਉਹਨੂੰ ਸਮਝਦੇ ਕਿਸੇ ਹੋਰ ਭਾਸ਼ਾ ਦੇ ਵਿੱਚ ਆ, ਤਾਂ ਕਈ ਵਾਰੀ ਗੱਲ ਹਾਸੋਹੀਣੀ ਬਣ ਜਾਂਦੀ ਆ। ਇਸ ਕਰਕੇ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਜਿਹੜੀ ਢੁਕਵੀਂ ਲਿਪੀ ਆ ਉਹ ਗੁਰਮੁਖੀ ਲਿਪੀ ਹੀ ਹੈਗੀ। ਇਹਦਾ ਜਵਾਬ ਆ ਜਾਂਦਾ ਗੁਰਮੁਖੀ ਲਿਪੀ। ਅਗਲਾ ਪ੍ਰਸ਼ਨ ਦੇਖੋ ਆਪਾਂ ਲੈਂਦੇ ਹਾਂ ਪੁੱਤ, ਭਾਸ਼ਾ ਦੀਆਂ ਧੁਨੀਆਂ ਨੂੰ, ਸੌਰੀ ਇੱਥੇ ਮਿਸਪ੍ਰਿੰਟ ਹੋ ਗਿਆ ਥੋੜ੍ਹਾ, ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਦੇਣ ਵਾਲੇ ਚਿੰਨ੍ਹ ਨੂੰ ਕੀ ਕਹਿੰਦੇ ਨੇ? ਜਿਹੜੇ ਚਿੰਨ੍ਹਾਂ ਨਾਲ ਆਪਾਂ ਭਾਸ਼ਾ ਦੇ ਧੁਨੀਆਂ ਨੂੰ ਲਿਖਤੀ ਰੂਪ ਦਿੰਦੇ ਹਾਂ ਉਹਨੂੰ ਕੀ ਕਹਿੰਦੇ ਨੇ? ਤਾਂ ਜਵਾਬ ਆਪਣੇ ਕੋਲ ਆ ਜਾਂਦਾ ਅੱਖਰ ਜਾਂ ਵਰਨ। ਇਹਨੂੰ ਥੋੜ੍ਹਾ ਐਕਸਪਲੇਨ ਕਰਦੇ ਹਾਂ। ਜਿਵੇਂ ਆਪਾਂ ਕਹਿ ਦਈਏ ਕ ਧੁਨੀ ਆ, ਕ ਧੁਨੀ ਨੂੰ ਲਿਖਣ ਦੇ ਲਈ ਪੰਜਾਬੀ ਦੇ ਵਿੱਚ ਕੱਕਾ, ਇਹ ਇੱਕ ਵਰਨ। ਰੋਮਨ ਲਿਪੀ ਦੇ ਵਿੱਚ ਕੇ, ਇਹ ਇੱਕ ਵਰਨ ਆ। ਦੇਵਨਾਗਰੀ ਲਿਪੀ ਦੇ ਵਿੱਚ ਕ, ਉਹ ਵੀ ਇੱਕ ਵਰਨ। ਇਸ ਕਰਕੇ ਕਿਸੇ ਵੀ ਭਾਸ਼ਾ ਦੀਆਂ ਧੁਨੀਆਂ ਨੂੰ ਜਦੋਂ ਅਸੀਂ ਲਿਖਤੀ ਰੂਪ ਦਿੰਦੇ ਹਾਂ ਤਾਂ ਜਿਹੜਾ ਅਸੀਂ ਇੱਕ ਚਿੰਨ੍ਹ ਮਿਥ ਲੈਂਦੇ ਹਾਂ, ਉਹ ਚਿੰਨ੍ਹ ਕੀ ਹੁੰਦਾ? ਅੱਖਰ ਜਾਂ ਵਰਨ। ਅਗਲਾ ਪ੍ਰਸ਼ਨ ਦੇਖੋ, ਗੁਰਮੁਖੀ ਵਿੱਚ ਸਵਰ ਧੁਨੀਆਂ ਦੀ ਕੁੱਲ ਗਿਣਤੀ ਕਿੰਨੀ ਹੈ? ਇਹ ਆਪਾਂ ਪਹਿਲਾਂ ਕਰੀ ਚੁੱਕੇ ਹਾਂ, 10 ਨੇ। 10 ਉਹ ਕਿਸ ਤਰ੍ਹਾਂ ਨੇ? ਊੜਾ, ਅੜਾ, ਈੜੀ 3 ਸਵਰ ਵਾਹਕ ਨੇ। ਜਦੋਂ ਆਪਾਂ ਲਗਾ ਮਾਤਰਾ ਲਗਾ ਕੇ ਇਹਨਾਂ ਨੂੰ ਲੱਗਣ ਵਾਲੀਆਂ ਜਿਹੜੀਆਂ ਵੀ ਲਗਾ ਮਾਤਰਾ ਹੈਗੀਆਂ ਲਗਾ ਕੇ ਲਿਖਦੇ ਹਾਂ ਤਾਂ ਇਹ 10 ਬਣ ਜਾਂਦੇ ਨੇ। ਆੜਾ ਮੁਕਤਾ, ਆੜੇ ਕੰਨਾ, ਈੜੀ ਨੂੰ ਸਿਹਾਰੀ, ਈੜੀ ਨੂੰ ਵਿਹਾਰੀ, ਊੜੇ ਨੂੰ ਔਂਕੜ, ਊੜੇ ਨੂੰ ਦਲੈਂਕੜ, ਈੜੀ ਨੂੰ ਲਾਂ, ਆੜੇ ਨੂੰ ਦਲਾਂ, ਊੜੇ ਨੂੰ ਹੋੜਾ, ਆੜੇ ਨੂੰ ਕਨੌੜਾ।
ਇਹ 10 ਪੰਜਾਬੀ ਦੀਆਂ ਸਵਰ ਧੁਨੀਆਂ ਗੁਰਮੁਖੀ ਲਿਪੀ ਦੀਆਂ। ਅਗਲਾ ਪ੍ਰਸ਼ਨ ਆਪਣੇ ਕੋਲ ਆ ਜਾਂਦਾ, ਗੁਰਮੁਖੀ ਵਿੱਚ ਕਿੰਨੀਆਂ ਲਗਾਂ ਹਨ? ਸੇਮ ਉਹੀ ਜਵਾਬ, 10 ਲਗਾਂ ਨੇ। ਮੁਕਤਾ, ਕੰਨਾ, ਸਿਹਾਰੀ, ਵਿਹਾਰੀ, ਔਂਕੜ, ਦੁਲੈਂਕੜ, ਲਾਵਾਂ, ਦੁਲਾਵਾਂ, ਹੋੜਾ, ਕਨੌੜਾ। ਅਗਲਾ ਪ੍ਰਸ਼ਨ ਦੇਖੋ ਆਪਾਂ ਲੈਂਦੇ ਹਾਂ ਪੁੱਤ, ਬਿੰਦੀ, ਟਿੱਪੀ, ਅੱਧਕ ਕੀ ਨੇ? ਹੁਣ ਆਪਾਂ ਪਿਛਲੇ ਪ੍ਰਸ਼ਨ 'ਚ ਪੜ੍ਹ ਕੇ ਹਟੇ ਹਾਂ ਕਿ ਮੁਕਤਾ, ਕੰਨਾ, ਸਿਹਾਰੀ, ਵਿਹਾਰੀ, ਔਂਕੜ, ਦਲੈਂਕੜ, ਲਾਂ, ਦਲਾਂ, ਹੋੜਾ, ਕਨੌੜਾ ਇਹ 10 ਲਗਾਂ ਮਾਤਰਾ ਨੇ ਪੰਜਾਬੀ ਦੀਆਂ। ਤਾਂ ਫਿਰ ਬਿੰਦੀ, ਟਿੱਪੀ, ਅੱਧਕ ਕੀ ਨੇ? ਸਵਾਲ ਪੈਦਾ ਹੁੰਦਾ। ਤਾਂ ਆਪਾਂ ਇਹਦਾ ਜਵਾਬ ਲਿਖਾਂਗੇ ਇਹ ਲਗਾ ਅੱਖਰ ਨੇ। ਇਹ ਗੱਲ ਨੋਟ ਕਰਨ ਵਾਲੀ ਆ ਕਿ ਇਹ ਲਗਾ ਨਹੀਂ, ਇਹ ਲਗਾ ਅੱਖਰ ਨੇ। ਅਗਲਾ ਪ੍ਰਸ਼ਨ ਦੇਖੋ, 2 ਅੱਖਰਾਂ ਦੇ ਜੋੜ ਤੋਂ ਬਣੇ ਅੱਖਰ ਨੂੰ ਕੀ ਕਿਹਾ ਜਾਂਦਾ? ਤਾਂ ਜਵਾਬ ਆਪਾਂ ਲਿਖਾਂਗੇ ਸੰਯੁਕਤ ਅੱਖਰ ਜਾਂ ਦੁੱਤ ਅੱਖਰ। ਪੰਜਾਬੀ ਦੇ ਵਿੱਚ 3 ਦੁੱਤ ਅੱਖਰ ਨੇ, ਹਾਹਾ, ਰਾਰਾ ਅਤੇ ਵਾਵਾ। ਇਹਨਾਂ ਨੂੰ ਹੋਰ ਅੱਖਰਾਂ ਦੇ ਪੈਰ 'ਚ ਲਿਖਿਆ ਜਾਂਦਾ। ਜਿਵੇਂ ਆਪਾਂ ਪੜ੍ਹ ਕਹਿੰਦੇ ਹਾਂ ਤਾਂ ਡਾਢੇ ਦੇ ਪੈਰ 'ਚ ਹਾਹਾ ਪਾਉਂਦੇ ਹਾਂ, ਠੀਕ ਹੈ। ਜਿਵੇਂ ਪ੍ਰੀਤ ਕਹਿੰਦੇ ਹਾਂ ਤਾਂ ਪੱਪੇ ਦੇ ਪੈਰ 'ਚ ਰਾਰਾ ਪਾਉਂਦੇ ਹਾਂ। ਜਿਵੇਂ ਆਪਾਂ ਸਵਰ ਲਿਖਦੇ ਹਾਂ ਤਾਂ ਸਵੈ ਜੀਵਨੀ ਲਿਖਦੇ ਹਾਂ, ਸਵਰ ਲਿਖਦੇ ਹਾਂ ਤਾਂ ਸੱਸੇ ਦੇ ਪੈਰ 'ਚ ਵਾਵਾ ਪਾਉਂਦੇ ਹਾਂ। ਇਹ 3 ਪੰਜਾਬੀ ਦੇ ਦੁੱਤ ਅੱਖਰ ਨੇ ਜਿਨ੍ਹਾਂ ਨੂੰ ਹੋਰ ਅੱਖਰਾਂ ਦੇ ਪੈਰ 'ਚ ਲਿਖਿਆ ਜਾਂਦਾ। ਅਗਲਾ ਪ੍ਰਸ਼ਨ ਦੇਖੋ ਬੇਟਾ, ਆਪਾਂ ਲੈਂਦੇ ਹਾਂ, ਅੱਖਰਾਂ ਦੀ ਦੋਹਰੀ ਆਵਾਜ਼ ਨੂੰ ਪ੍ਰਗਟ ਕਰਨ ਲਈ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਜਦੋਂ ਆਪਾਂ ਕਿਸੇ ਅੱਖਰ ਦੀ ਦੋਹਰੀ ਆਵਾਜ਼ ਪ੍ਰਗਟ ਕਰਨੀ ਹੁੰਦੀ ਹੈ, ਜਿਵੇਂ ਇੰਗਲਿਸ਼ 'ਚ ਆਪਾਂ ਦੇਖਦੇ ਹਾਂ ਕਈ ਵਾਰੀ ਡਬਲ ਟੀ, ਠੀਕ ਹੈ, ਡਬਲ ਐਮ, ਇਸ ਤਰ੍ਹਾਂ ਹੁੰਦਾ, ਪਰ ਪੰਜਾਬੀ ਦੇ ਵਿੱਚ ਕੋਈ ਅੱਖਰ ਡਬਲ ਨਹੀਂ ਪੈਂਦਾ। ਉਹਦੀ ਦੋਹਰੀ ਆਵਾਜ਼ ਨੂੰ ਪ੍ਰਗਟ ਕਰਨ ਦੇ ਲਈ ਆਪਾਂ ਕੀ ਕਰਦੇ ਹਾਂ? ਅੱਧਕ ਦੀ ਵਰਤੋਂ ਕਰਦੇ ਹਾਂ। ਅੱਗੇ ਪ੍ਰਸ਼ਨ ਦੇਖੋ, ਵਿਆਕਰਨ ਅਨੁਸਾਰ ਸ਼ਬਦ ਦੀਆਂ ਕਿੰਨੀਆਂ ਕਿਸਮਾਂ ਨੇ? ਜਦੋਂ ਆਪਾਂ ਵਿਆਕਰਨ ਦੀ ਕਿਤਾਬ ਪੜ੍ਹਦੇ ਹਾਂ ਤਾਂ ਸ਼ਬਦ ਦੀਆਂ ਕਿਸਮਾਂ ਆਪਾਂ ਨੂੰ ਪੜ੍ਹਨ ਨੂੰ ਮਿਲਦੀਆਂ ਨੇ ਕਿ 8 ਨੇਗੀਆਂ। ਕਿਹੜੀਆਂ ਕਿਹੜੀਆਂ? ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਿਕ। ਅੱਗੇ ਚੱਲਦੇ ਹਾਂ ਆਪਾਂ। ਅਗਲਾ ਪ੍ਰਸ਼ਨ ਦੇਖੋ, ਨਾਮ ਦੀਆਂ ਕਿੰਨੀਆਂ ਕਿਸਮਾਂ ਨੇ? ਇਹ ਤੁਸੀਂ 5ਵੀਂ 6ਵੀਂ ਦੇ ਵਿੱਚ ਹੀ ਲੱਗ ਜਾਂਦੇ ਹੋ ਪੜ੍ਹਨ, ਨਾਮ ਕੀ ਹੁੰਦਾ, ਇਸ ਦੀਆਂ ਕਿਸਮਾਂ ਲਿਖੋ। ਇਹ ਆਪਾਂ ਨੂੰ ਤੁਹਾਨੂੰ ਸਾਰਿਆਂ ਨੂੰ ਲਗਭਗ ਪਤਾ ਹੀ ਹੈ ਕਿ ਨਾਮ ਦੀਆਂ 5 ਕਿਸਮਾਂ ਹੁੰਦੀਆਂ ਨੇ। ਆਮ ਨਾਮ, ਖਾਸ ਨਾਮ, ਇਕੱਠਵਾਚਕ ਨਾਮ, ਵਸਤੂਵਾਚਕ ਨਾਮ ਅਤੇ ਭਾਵਵਾਚਕ ਨਾਮ। ਅਗਲਾ ਪ੍ਰਸ਼ਨ, ਇਕੱਠਵਾਚਕ ਨਾਮ ਸ਼ਬਦ ਲਿਖੋ। ਇਸ ਤਰ੍ਹਾਂ ਦੇ ਸ਼ਬਦ ਜਿਹੜੇ ਕਿ ਇਕੱਠਵਾਚਕ ਨਾਮ ਨੇ ਉਹ ਕਿਹੜੇ ਕਿਹੜੇ ਆਪਾਂ ਲਿਖਾਂਗੇ? ਆਪਾਂ ਲਿਖਾਂਗੇ ਜਮਾਤ, ਇੱਜੜ, ਭੀੜ ਅਤੇ ਟੀਮ। ਇਹ ਇਕੱਠਵਾਚਕ ਕਿਉਂ ਨੇ? ਇਹਨੂੰ ਇਸ ਤਰੀਕੇ ਨਾਲ ਵੀ ਸਮਝ ਸਕਦੇ ਹੋ ਕਿਉਂਕਿ ਜਮਾਤ ਕਦੇ ਵੀ ਇੱਕ ਜਣੇ ਦੀ ਨਹੀਂ ਹੁੰਦੀ, ਕਦੇ ਵੀ ਇੱਕ ਜਣੇ ਨੂੰ ਇੱਜੜ ਨਹੀਂ ਕਹਿੰਦੇ ਆਪਾਂ, ਇੱਕ ਜਣੇ ਦੀ ਕਦੇ ਵੀ ਭੀੜ ਨਹੀਂ ਹੁੰਦੀ, ਅਤੇ ਟੀਮ ਕਦੇ ਵੀ ਇੱਕ ਜਣੇ ਦੀ ਨਹੀਂ ਬਣਦੀ। ਇਸ ਕਰਕੇ ਇਹ ਜਿਹੜੇ ਸ਼ਬਦ ਨੇ ਇਹ ਇਕੱਠਵਾਚਕ ਨਾਮ ਸ਼ਬਦ ਨੇ। ਅਗਲਾ ਪ੍ਰਸ਼ਨ ਦੇਖੋ ਬੇਟਾ, ਪੜਨਾਮ ਦੀਆਂ ਕਿੰਨੀਆਂ ਕਿਸਮਾਂ ਨੇ? ਤਾਂ ਉੱਤਰ ਆਪਣੇ ਕੋਲ ਆ ਜਾਂਦਾ 6 ਕਿਸਮਾਂ ਨੇ ਪੜਨਾਮ ਦੀਆਂ। ਕਿਹੜੀਆਂ ਕਿਹੜੀਆਂ? ਪੁਰਖਵਾਚਕ ਪੜਨਾਮ, ਨਿੱਜਵਾਚਕ ਪੜਨਾਮ, ਨਿਸ਼ਚੈਵਾਚਕ ਪੜਨਾਮ, ਅਨਿਸ਼ਚੈਵਾਚਕ ਪੜਨਾਮ, ਸੰਬੰਧਵਾਚਕ ਪੜਨਾਮ ਅਤੇ ਪ੍ਰਸ਼ਨਵਾਚਕ ਪੜਨਾਮ। ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ, ਬਹੁਤ ਮਹੱਤਵਪੂਰਨ ਪ੍ਰਸ਼ਨ ਨੇ ਪੁੱਤ ਇਹ। ਅੱਗੇ ਚੱਲਦੇ ਹਾਂ ਆਪਾਂ। ਪੁਰਖਵਾਚਕ ਪੜਨਾਮ ਕਿੰਨੇ ਤਰ੍ਹਾਂ ਦਾ ਹੁੰਦਾ ਹੈ? ਇਹ ਬਹੁਤ ਮਹੱਤਵਪੂਰਨ ਹੈ, ਇਹਨੂੰ ਜਾਣ ਲੈਣਾ। ਇੰਗਲਿਸ਼ ਦੇ ਵਿੱਚ ਵੀ, ਹਿੰਦੀ ਦੇ ਵਿੱਚ ਵੀ, ਪੰਜਾਬੀ ਦੇ ਵਿੱਚ ਵੀ ਤੁਸੀਂ ਇਹਨੂੰ ਪੜ੍ਹਦੇ ਹੋ। ਜੇ ਆਪਾਂ ਪੰਜਾਬੀ 'ਚ ਗੱਲ ਕਰੀਏ ਤਾਂ ਪੁਰਖਵਾਚਕ ਪੜਨਾਮ ਕਿਹੜੇ ਕਿਹੜੇ ਨੇ? 3 ਤਰ੍ਹਾਂ ਦੇ ਹੁੰਦੇ ਨੇ। ਉੱਤਮ ਪੁਰਖ ਜਿਹੜਾ ਕਿ ਗੱਲ ਕਰ ਰਿਹਾ, ਮੱਧਮ ਪੁਰਖ ਜਿਹਦੇ ਨਾਲ ਗੱਲ ਕੀਤੀ ਜਾ ਰਹੀ ਆ, ਅੰਨ੍ਯ ਪੁਰਖ ਜਿਹਦੇ ਬਾਰੇ 'ਚ ਗੱਲ ਕੀਤੀ ਜਾ ਰਹੀ ਹੈ। ਜੋ ਤੁਸੀਂ ਇੰਗਲਿਸ਼ 'ਚ ਪੜ੍ਹਦੇ ਹੋ ਤਾਂ ਇਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ? ਉੱਤਮ ਪੁਰਖ ਨੂੰ ਫਸਟ ਪਰਸਨ, ਮੱਧਮ ਪੁਰਖ ਨੂੰ ਸੈਕੰਡ ਪਰਸਨ ਅਤੇ ਅੰਨ੍ਯ ਪੁਰਖ ਨੂੰ ਥਰਡ ਪਰਸਨ ਕਹਿੰਦੇ ਹੋ। ਇੰਗਲਿਸ਼ ਦੇ ਵਿੱਚ ਕੀ ਹੁੰਦਾ? ਉੱਤਮ ਪੁਰਖ ਜਿਹੜਾ ਗੱਲ ਕਰ ਰਿਹਾ ਫਸਟ ਪਰਸਨ, ਆਏ, ਮਾਏ, ਮੀ, ਵੀ, ਅਵਰ, ਅਸ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਮੈਂ, ਮੇਰਾ, ਮੈਨੂੰ, ਅਸੀਂ, ਸਾਡਾ, ਸਾਨੂੰ। ਅਤੇ ਮੱਧਮ ਪੁਰਖ ਇੰਗਲਿਸ਼ 'ਚ ਸੈਕੰਡ ਪਰਸਨ ਆ, ਜਿਹਨੂੰ ਉਹ ਕਹਿੰਦੇ ਨੇ ਯੂ ਅਤੇ ਯੂਅਰਸ। ਅਤੇ ਇਸ ਤਰ੍ਹਾਂ ਆਪਾਂ ਪੰਜਾਬੀ ਦੇ ਵਿੱਚ ਮੱਧਮ ਪੁਰਖ ਤੂੰ, ਤੇਰਾ, ਤੈਨੂੰ, ਤੁਹਾਡਾ। ਇਹ ਅੰਨ੍ਯ ਪੁਰਖ ਉਹ, ਉਸਦਾ, ਉਹਨਾਂ ਦਾ। ਇਹ ਸਾਰੇ ਅੰਨ੍ਯ ਪੁਰਖ ਨੇ ਜਿਹਨੂੰ ਇੰਗਲਿਸ਼ 'ਚ ਆਪਾਂ ਥਰਡ ਪਰਸਨ ਕਹਿੰਦੇ ਹਾਂ। ਅਗਲਾ ਪ੍ਰਸ਼ਨ ਆਪਣੇ ਕੋਲ ਆ ਜਾਂਦਾ, ਤੂੰ, ਤੁਸੀਂ, ਤੁਹਾਡਾ, ਤੇਰਾ ਕਿਹੜੇ ਪੁਰਖ ਨੇ? ਹੁਣ ਆਪਾਂ ਜਦੋਂ ਕਿਸੇ ਦੂਸਰੇ ਵਿਅਕਤੀ ਨਾਲ ਗੱਲ ਕਰਾਂਗੇ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਤੂੰ, ਤੁਸੀਂ, ਤੇਰਾ, ਤੁਹਾਡਾ, ਤੈਨੂੰ। ਇਸ ਤਰ੍ਹਾਂ ਦੇ ਸ਼ਬਦ ਵਰਤਾਂਗੇ ਤਾਂ ਉਹ ਕੀ ਆ? ਉਹ ਜਿਹਦੇ ਨਾਲ ਆਪਾਂ ਗੱਲ ਕਰ ਰਹੇ ਹਾਂ ਇਹ ਉਹਦੇ ਵਾਸਤੇ ਵਰਤੇ ਜਾ ਰਹੇ ਨੇ। ਅਤੇ ਜਿਹਦੇ ਨਾਲ ਆਪਾਂ ਗੱਲ ਕਰਦੇ ਹਾਂ ਉਹ ਕਿਹੜਾ ਪੁਰਖ ਹੁੰਦਾ? ਮੱਧਮ ਪੁਰਖ। ਇੰਗਲਿਸ਼ 'ਚ ਆਪਾਂ ਇਹਨੂੰ ਸੈਕੰਡ ਪੁਰਖ ਕਹਿੰਦੇ ਹਾਂ। ਤਾਂ ਉੱਤਰ ਕੀ ਆ ਜਾਊਗਾ? ਮੱਧਮ ਪੁਰਖ। ਵਾਕ ਵਿਚਲੇ ਜਿਸ ਸ਼ਬਦ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਦਾ ਪਤਾ ਲੱਗੇ ਉਹਨੂੰ ਅਸੀਂ ਕੀ ਕਹਿੰਦੇ ਹਾਂ? ਤਾਂ ਜਵਾਬ ਆ ਜਾਊਗਾ ਕਿਰਿਆ। ਕਿਉਂਕਿ ਜਿਵੇਂ ਆਪਾਂ ਕਹਿੰਦੇ ਹਾਂ ਹੱਸਣਾ, ਖੇਡਣਾ, ਲਿਖਣਾ, ਪੜ੍ਹਨਾ, ਗਾਉਣਾ, ਆਉਣਾ, ਜਾਣਾ, ਲੜਨਾ, ਭਿੜਨਾ, ਇਹ ਸਾਰੇ ਕੀ ਨੇ? ਕਿਰਿਆ ਸ਼ਬਦ ਨੇ। ਇਹਨਾਂ ਤੋਂ ਆਪਾਂ ਨੂੰ ਵਾਕ ਦੇ ਵਿੱਚ ਜਦੋਂ ਪੜ੍ਹਦੇ ਹਾਂ ਤਾਂ ਕਿਸੇ ਕੰਮ ਦੇ ਹੋਣ ਜਾਂ ਕਰਨ ਦਾ ਪਤਾ ਲੱਗਦਾ। ਅਗਲਾ ਪ੍ਰਸ਼ਨ ਆਪਣੇ ਕੋਲ ਆ ਜਾਂਦਾ, ਵਾਕ ਵਿੱਚ ਜੋ ਸ਼ਬਦ ਕਿਸੇ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਣ ਉਹਨੂੰ ਕੀ ਕਹਿੰਦੇ ਨੇ? ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈਗਾ? ਵਿਸ਼ੇਸ਼ਣ। ਅਗਲਾ ਪ੍ਰਸ਼ਨ ਆਪਣੇ ਕੋਲ ਆ ਜਾਂਦਾ, ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਕੀ ਕਹਿੰਦੇ ਨੇ? ਹੁਣ ਇੱਕ
ਤਾਂ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਦਾ ਉਹਨੂੰ ਆਪਾਂ ਵਿਸ਼ੇਸ਼ਣ ਕਹਿ ਦਿੰਦੇ ਹਾਂ। ਜਿਹੜਾ ਕਿਰਿਆ ਦੀ ਵਿਸ਼ੇਸ਼ਤਾ ਦੱਸਦਾ ਉਹਨੂੰ ਆਪਾਂ ਵਿਸ਼ੇਸ਼ਣ ਨਹੀਂ, ਉਹਨੂੰ ਆਪਾਂ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਜਿਵੇਂ ਆਪਾਂ ਕਹਿ ਦਈਏ ਉਹ ਤੇਜ਼ ਤੁਰਦਾ ਹੈ, ਇਹ ਤੇਜ਼ ਜਿਹੜੀ ਵਿਸ਼ੇਸ਼ਤਾ ਇਹ ਤੁਰਨ ਦੀ ਵਿਸ਼ੇਸ਼ਤਾ, ਇਸ ਕਰਕੇ ਇਹ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਕਰਕੇ ਹੀ ਇਸ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ। ਇਸ ਕਰਕੇ ਇਹਦਾ ਜਵਾਬ ਆ ਜਾਊਗਾ ਕਿਰਿਆ ਵਿਸ਼ੇਸ਼ਣ। ਅਗਲਾ ਪ੍ਰਸ਼ਨ ਆਪਾਂ ਲੈਂਦੇ ਹਾਂ ਪੁੱਤ, ਜਿਹੜਾ ਸ਼ਬਦ ਵਾਕ ਵਿਚਲੇ ਨਾਮ ਜਾਂ ਪੜਨਾਮ ਦਾ ਵਾਕ ਵਿਚਲੇ ਦੂਜੇ ਸ਼ਬਦਾਂ ਦੇ ਨਾਲ ਸੰਬੰਧ ਦੱਸੇ ਉਹਨੂੰ ਕੀ ਕਹਿੰਦੇ ਆਪਾਂ? ਉਹਨੂੰ ਆਪਾਂ ਕਹਿੰਦੇ ਹਾਂ ਸੰਬੰਧਕ। ਅੱਗੇ ਚੱਲਦੇ ਹਾਂ ਆਪਾਂ। ਅਗਲਾ ਪ੍ਰਸ਼ਨ ਆਪਣੇ ਕੋਲ ਆ ਜਾਂਦਾ, ਜਿਹੜੇ ਸ਼ਬਦ ਦੋ ਵਾਕਾਂ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਉਹਨੂੰ ਕੀ ਕਹਿੰਦੇ ਨੇ? ਦੋ ਸ਼ਬਦਾਂ ਨੂੰ ਦੋ ਵਾਕਾਂ ਨੂੰ ਆਪਸ 'ਚ ਜੋੜਦੇ ਨੇ ਜਿਹੜੇ, ਉਹਨੂੰ ਆਪਾਂ ਕਹਿੰਦੇ ਹਾਂ ਯੋਜਕ। ਅੱਗੇ ਪ੍ਰਸ਼ਨ ਆ ਜਾਂਦਾ, ਜਿਹੜੇ ਸ਼ਬਦ ਮਨ ਦੀ ਖੁਸ਼ੀ, ਗਮੀ ਜਾਂ ਹੈਰਾਨੀ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ? ਉਹਨਾਂ ਨੂੰ ਆਪਾਂ ਕਹਿੰਦੇ ਹਾਂ ਪੁੱਤ ਬਿਸਮਿਕ। ਅਗਲਾ ਪ੍ਰਸ਼ਨ ਆਪਣੇ ਕੋਲ ਆ ਜਾਂਦਾ, ਵਿਆਕਰਨ ਦੀ ਭਾਸ਼ਾ ਵਿੱਚ ਸਮੇਂ ਨੂੰ ਕੀ ਕਿਹਾ ਜਾਂਦਾ ਹੈ? ਵਿਆਕਰਨ ਦੀ ਭਾਸ਼ਾ 'ਚ ਸਮੇਂ ਨੂੰ ਆਪਾਂ ਕੀ ਕਹਿੰਦੇ ਹਾਂ? ਕਾਲ। ਅੱਗੇ ਚੱਲਦੇ ਹਾਂ ਆਪਾਂ। ਅਗਲਾ ਪ੍ਰਸ਼ਨ ਆਪਣੇ ਕੋਲ ਆਉਂਦਾ, ਕਾਲ ਕਿੰਨੇ ਪ੍ਰਕਾਰ ਦਾ ਹੁੰਦਾ ਹੈ? ਕਾਲ 3 ਪ੍ਰਕਾਰ ਦਾ ਹੁੰਦਾ ਹੈ। ਤੁਸੀਂ ਇੰਗਲਿਸ਼ 'ਚ ਵੀ ਪੜ੍ਹਦੇ ਹੋ, ਪੰਜਾਬੀ 'ਚ ਵੀ ਪੜ੍ਹਦੇ ਹੋ। ਅਤੇ ਕਾਲ 3 ਪ੍ਰਕਾਰ ਦਾ ਕਿਹੜਾ? ਵਰਤਮਾਨ, ਜਿਹਨੂੰ ਆਪਾਂ ਚੱਲ ਰਿਹਾ ਸਮਾਂ ਕਹਿੰਦੇ ਹਾਂ ਹੁਣ, ਇੰਗਲਿਸ਼ 'ਚ ਇਹਨੂੰ ਪ੍ਰੈਜੈਂਟ ਕਹਿ ਦਿੰਦੇ ਨੇ। ਦੂਸਰਾ ਆ ਜਾਂਦਾ ਭੂਤਕਾਲ, ਬੀਤ ਚੁੱਕਿਆ ਸਮਾਂ, ਜਿਹਨੂੰ ਇੰਗਲਿਸ਼ 'ਚ ਆਪਾਂ ਪਾਸਟ ਕਹਿ ਦਿੰਦੇ ਹਾਂ। ਅੱਗੇ ਆ ਜਾਂਦਾ ਭਵਿੱਖ ਕਾਲ, ਜਿਹੜਾ ਆਉਣ ਵਾਲਾ ਸਮਾਂ, ਜਿਹਨੂੰ ਇੰਗਲਿਸ਼ 'ਚ ਆਪਾਂ ਫਿਊਚਰ ਕਹਿ ਦਿੰਦੇ ਹਾਂ। ਇਸ ਕਰਕੇ ਕਾਲ ਕਿੰਨੇ ਪ੍ਰਕਾਰ ਦਾ ਹੁੰਦਾ? 3 ਪ੍ਰਕਾਰ ਦਾ, ਵਰਤਮਾਨ, ਭੂਤਕਾਲ, ਭਵਿੱਖ ਕਾਲ। ਅਗਲਾ ਪ੍ਰਸ਼ਨ ਲੈ ਲੈਂਦੇ ਆਪਾਂ। ਦੇਖੋ ਇੱਕ ਵਾਕ ਲਿਖਿਆ ਹੋਇਆ, ਮੈਂ ਸਕੂਲ ਜਾ ਰਿਹਾ ਹਾਂ। ਵਾਕ ਦੇ ਵਿੱਚ ਕਿਹੜਾ ਕਾਲ ਆ? ਕਿਹੜੇ ਕਾਲ ਦੇ ਵਿੱਚ ਲਿਖਿਆ ਹੋਇਆ ਇਹ ਵਾਕ ਆ? ਤਾਂ ਆਪਾਂ ਉੱਧਰ ਲਿਖਾਂਗੇ ਵਰਤਮਾਨ ਕਾਲ ਦੇ ਵਿੱਚ ਆ, ਕਿਉਂਕਿ ਇਹਦੇ ਅਖੀਰ ਦੇ ਵਿੱਚ ਜਿਹੜਾ ਸਹਾਇਕ ਕਿਰਿਆ ਸ਼ਬਦ ਹਾਂ ਇਹ ਵਰਤਮਾਨ ਨੂੰ ਦਰਸਾਉਂਦਾ, ਇਸ ਕਰਕੇ ਇਹਨੂੰ ਆਪਾਂ ਵਰਤਮਾਨ ਕਾਲ ਕਹਿੰਦੇ ਹਾਂ। ਅਗਲਾ ਪ੍ਰਸ਼ਨ ਆ ਜਾਂਦਾ, ਮੁੰਡੇ ਫੁੱਟਬਾਲ ਖੇਡ ਰਹੇ ਸਨ। ਵਾਕ ਕਿਹੜਾ ਕਾਲ? ਕਿਹੜੇ ਕਾਲ ਦੇ ਵਿੱਚ ਲਿਖਿਆ ਹੋਇਆ ਵਾਕ ਹੈ ਇਹ? ਇਹਦੇ ਅਖੀਰ ਦੇ ਜਿਹੜਾ ਸਹਾਇਕ ਕਿਰਿਆ ਸ਼ਬਦ ਆ ਸਨ, ਇਹ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਇਹ ਜਿਹੜਾ ਹੈਗਾ ਭੂਤਕਾਲ ਦਾ ਵਾਕ ਆ। ਅਗਲਾ ਪ੍ਰਸ਼ਨ ਆਪਾਂ ਲੈਂਦੇ ਹਾਂ, ਅਸੀਂ ਪਟਿਆਲੇ ਜਾਵਾਂਗੇ। ਭਵਿੱਖ ਵਿੱਚ ਕਿਹੜਾ ਵਾਕ ਦੇ ਵਿੱਚ ਕਿਹੜਾ ਕਾਲ ਆ? ਹੁਣ ਇਹਦਾ ਜਵਾਬ ਤੁਹਾਨੂੰ ਪਤਾ ਹੀ ਆ, ਇਹਦਾ ਕਾਲ ਹੈਗਾ ਭਵਿੱਖ ਕਾਲ, ਕਿਉਂਕਿ ਪੰਜਾਬੀ ਦੇ ਵਿੱਚ ਕਿਰਿਆ ਦੇ ਨਾਲ ਸ਼ਬਦ ਗਾ, ਗਏਗੀ ਜਾਂ ਅਲੱਗ ਸਹਾਇਕ ਕਿਰਿਆ ਹੋਵੇਗਾ, ਜਾਵੇਗਾ, ਉਸ ਤਰ੍ਹਾਂ ਦੀ ਆ ਜੇ ਤਾਂ ਆਪਾਂ ਉਹਨੂੰ ਕਹਿੰਦੇ ਹਾਂ ਕਿ ਇਹ ਭਵਿੱਖ ਕਾਲ ਦਾ ਵਾਕ ਆ। ਜਿਸ ਸ਼ਬਦ ਦੇ ਅਰਥ ਹੋਣ ਉਸਨੂੰ ਕੀ ਕਹਿੰਦੇ ਹਨ? ਉਹਨੂੰ ਆਪਾਂ ਕਹਿੰਦੇ ਹਾਂ ਸਾਰਥਕ ਸ਼ਬਦ। ਅੱਗੇ ਪ੍ਰਸ਼ਨ ਆ ਜਾਂਦਾ ਆਪਣੇ ਕੋਲੇ, ਜਿਹੜੇ ਸ਼ਬਦ ਦੇ ਅਰਥ ਨਾ ਹੋਣ ਫਿਰ ਉਹਨੂੰ ਕੀ ਕਹਿੰਦੇ ਹਾਂ ਆਪਾਂ? ਉਹਨੂੰ ਆਪਾਂ ਕਹਿੰਦੇ ਹਾਂ ਨਿਰਾਰਥਕ ਸ਼ਬਦ। ਅੱਗੇ ਚਲੋ, ਜਿਸ ਸ਼ਬਦ ਦੇ ਬਹੁਤੇ ਅਰਥ ਹੋਣ ਉਸਨੂੰ ਕੀ ਕਿਹਾ ਜਾਂਦਾ? ਬਹੁਅਰਥਕ ਸ਼ਬਦ। ਬਹੁਅਰਥਕ ਸ਼ਬਦ ਜਿਵੇਂ ਹੁਣ ਕਈ ਵਾਰੀ ਕੀ ਹੁੰਦਾ, ਇਹ ਬਹੁਅਰਥਕ ਸ਼ਬਦ ਜਿਹੜੇ ਨੇ ਇਹ ਸਾਰੀਆਂ ਭਾਸ਼ਾਵਾਂ 'ਚ ਹੀ ਲਗਭਗ ਹੁੰਦੇ ਨੇ। ਜਿਵੇਂ ਪੰਜਾਬੀ ਦੇ ਵਿੱਚ ਆਪਾਂ ਲੈਂਦੇ ਹਾਂ, ਖਾਸ ਤੌਰ 'ਤੇ ਬੱਚਿਆਂ ਨੂੰ ਸੌਖਾ ਸ਼ਬਦ ਦਾ ਉਦਾਹਰਨ ਦੇਣ ਵਾਸਤੇ ਸਮਝਾਇਆ ਜਾਂਦਾ ਕਿ ਬਹੁਅਰਥਕ ਸ਼ਬਦ ਕੀ ਹੁੰਦੇ ਨੇ। ਜਿਵੇਂ ਇੱਕ ਸ਼ਬਦ ਆਪਾਂ ਕਹਿੰਦੇ ਹਾਂ ਹਾਰ। ਇੱਕ ਤਾਂ ਇਹ ਹੁੰਦਾ ਕਿ ਹਾਰ ਕਿਸ ਦਾ? ਕਿਸੇ ਮੈਚ 'ਚੋਂ ਜਾਂ ਕਿਸੇ ਗੱਲ ਉਹਦੇ ਵਿੱਚੋਂ ਕੰਪੀਟੀਸ਼ਨ 'ਚੋਂ ਹਾਰ ਜਾਣਾ, ਇਹ ਹਾਰ ਹੁੰਦਾ। ਇੱਕ ਹਾਰ ਗਲ 'ਚ ਪਾਉਣ ਵਾਲਾ ਵੀ ਹਾਰ ਹੁੰਦਾ। ਇਸ ਕਰਕੇ ਸ਼ਬਦ ਹਾਰ ਹੀ ਹੈ, ਪਰ ਉਹਦੇ ਅਰਥ ਅਲੱਗ-ਅਲੱਗ ਨੇ। ਉਹਨੂੰ ਆਪਾਂ ਕਿਸ ਸੰਦਰਭ 'ਚ ਕਿਸ ਤਰ੍ਹਾਂ ਦੇ ਵਾਕ 'ਚ ਵਰਤ ਰਹੇ ਹਾਂ, ਉੱਥੇ ਉਹਦਾ ਅਰਥ ਅਲੱਗ ਤਰ੍ਹਾਂ ਦਾ ਹੋਊਗਾ। ਇਸ ਕਰਕੇ ਇਸ ਤਰ੍ਹਾਂ ਦੇ ਸ਼ਬਦਾਂ ਨੂੰ ਆਪਾਂ ਕਿਹੜੇ ਸ਼ਬਦ ਕਹਿੰਦੇ ਹਾਂ? ਬਹੁਅਰਥਕ ਸ਼ਬਦ, ਕਿਉਂਕਿ ਇਹਨਾਂ ਦੇ ਬਹੁਤੇ ਅਰਥ ਹੁੰਦੇ ਨੇ। ਅਗਲਾ ਪ੍ਰਸ਼ਨ ਦੇਖੋ ਆਪਾਂ ਲੈਂਦੇ ਹਾਂ, ਕਾਰੀਗਰ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ। ਕਾਰੀਗਰ ਕੌਣ ਹੁੰਦਾ ਭਲਾ? ਕਾਰੀਗਰ ਜਿਹੜਾ ਕੁਛ ਜਾਣਦਾ, ਕੁਛ ਕਰਨਾ ਜਾਣਦਾ, ਜਿਹਦੇ ਕੋਲ ਹੁਨਰ ਆ ਕਿਸੇ ਤਰ੍ਹਾਂ ਦਾ, ਕੋਈ ਪ੍ਰਤਿਭਾ ਹੈਗੀ, ਕਲਾ ਆ ਗਈ, ਉਹਨੂੰ ਆਪਾਂ ਕਾਰੀਗਰ ਕਹਿ ਦਿੰਦੇ ਹਾਂ। ਅਤੇ ਜਿਹਦੇ ਕੋਲ ਨਾ ਹੋ ਕੋਈ ਪ੍ਰਤਿਭਾ, ਕਲਾ ਜਾਂ ਹੁਨਰ ਨਾ ਹੋਵੇ, ਉਹਨੂੰ ਆਪਾਂ ਕਹਿੰਦੇ ਅਨਾੜੀ ਆ। ਇਸ ਕਰਕੇ ਕਾਰੀਗਰ ਸ਼ਬਦ ਦਾ ਵਿਰੋਧੀ ਸ਼ਬਦ ਕੀ ਆ? ਅਨਾੜੀ। ਅਗਲਾ ਪ੍ਰਸ਼ਨ ਪੁੱਤ ਲੈਂਦੇ ਹਾਂ ਆਪਾਂ, ਸੁਪੁੱਤਰ ਦਾ ਵਿਰੋਧੀ ਸ਼ਬਦ ਲਿਖੋ। ਸੁਪੁੱਤਰ ਦਾ ਵਿਰੋਧੀ ਸ਼ਬਦ ਆਪਾਂ ਕੀ ਲਿਖਾਂਗੇ? ਤਾਂ ਜਵਾਬ ਆ ਜਾਂਦਾ ਕੁਪੁੱਤਰ। ਪੰਜਾਬੀ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਸ਼ਬਦ ਮਿਲ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਜੇ ਸ ਅਗੇਤਰ ਲੱਗਿਆ ਉਹਦਾ ਮਤਲਬ ਹੁੰਦਾ ਕਿ ਇਹ ਚੰਗਾ, ਮਤਲਬ ਸੁਯੋਗ ਦਾ ਮਤਲਬ ਚੰਗੀ ਯੋਗਤਾ ਵਾਲਾ। ਅਤੇ ਜਿਵੇਂ ਆਪਾਂ ਕਹਿ ਦਈਏ ਸੁਲੱਖਣਾ, ਮਤਲਬ ਚੰਗੇ ਲੱਛਣ ਵਾਲਾ, ਜਿਹਦੇ ਲੱਛਣ ਚੰਗੇ ਨੇ। ਕੁਲੱਛਣਾ, ਜਿਹਦੇ ਲੱਛਣ ਮਾੜੇ ਨੇ। ਇਸ ਕਰਕੇ ਸ ਜੇ ਅਗੇਤਰ ਲੱਗ ਜੇ ਤਾਂ ਚੰਗਾ, ਕੋ ਅਗੇਤਰ ਲੱਗ ਜੇ ਤਾਂ ਮਾੜਾ। ਹੁਣ ਸੁਪੁੱਤਰ ਦਾ ਮਤਲਬ ਹੁੰਦਾ ਚੰਗਾ ਪੁੱਤਰ, ਕੁਪੁੱਤਰ ਦਾ ਮਤਲਬ ਹੁੰਦਾ ਮਾੜਾ ਪੁੱਤਰ। ਅੱਗੇ ਚੱਲਦੇ ਹਾਂ ਆਪਾਂ। ਜਿਸ ਪੁਸਤਕ ਵਿੱਚ ਲਿਖਾਰੀ ਨੇ ਆਪਣੇ ਜੀਵਨ ਦੀ ਕਹਾਣੀ ਲਿਖੀ ਹੋਵੇ। ਇਹ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਜਿਹੜੇ ਆ ਜਾਂਦੇ ਤੁਹਾਨੂੰ। ਜਿਸ ਪੁਸਤਕ ਵਿੱਚ ਲਿਖਾਰੀ ਨੇ ਆਪਣੇ ਜੀਵਨ ਦੀ ਕਹਾਣੀ ਲਿਖੀ ਹੋਵੇ ਉਹਨੂੰ ਕੀ ਕਹਿੰਦੇ ਆਪਾਂ? ਉਹਨੂੰ ਆਪਾਂ ਕਹਿੰਦੇ ਹਾਂ ਸਵੈ ਜੀਵਨੀ, ਆਤਮ ਕਥਾ।
ਤੇ ਜੇ ਉਹੀ ਕਹਾਣੀ ਮੰਨ ਲਓ ਉਹਨੇ ਆਪ ਲਿਖੀ ਆ ਫਿਰ ਤਾਂ ਉਹ ਸਵੈ ਜੀਵਨੀ ਜਾਂ ਆਤਮ ਕਥਾ। ਜੇ ਕਿਸੇ ਵਿਅਕਤੀ ਦੇ ਜੀਵਨ ਬਾਰੇ, ਕਿਸੇ ਵਿਅਕਤੀ ਦੀ ਜਿਹੜੀ ਉਹਦੀ ਹੱਡ ਬੀਤੀ ਆ ਉਹਦੇ ਬਾਰੇ ਕਿਸੇ ਹੋਰ ਕੋਈ ਦੂਸਰਾ ਵਿਅਕਤੀ ਲਿਖੇ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਇਕੱਲੀ ਜੀਵਨੀ। ਉਹਨੂੰ ਆਪਾਂ ਸਵੈ ਜੀਵਨੀ ਜਾਂ ਆਤਮ ਕਥਾ ਨਹੀਂ ਕਹਿੰਦੇ, ਉਹਨੂੰ ਜੀਵਨੀ ਕਹਿੰਦੇ ਆ। ਜਿਵੇਂ ਮੰਨ ਲਓ ਤੁਹਾਡੀਆਂ ਕਿਤਾਬਾਂ ਦੇ ਸਿਲੇਬਸ ਵਿੱਚ ਤੁਸੀਂ ਪੜ੍ਹਦੇ ਹੋ ਕਿ ਭਗਤ ਬਾਬਾ ਫਰੀਦ ਜੀ ਦਾ ਵੀ ਪਾਠ ਆਉਂਦਾ, ਠੀਕ ਆ, ਭਗਤ ਕਬੀਰ ਜੀ ਦਾ ਪਾਠ ਆਉਂਦਾ, ਅਤੇ ਕਰਤਾਰ ਸਿੰਘ ਸਰਾਭੇ ਦਾ ਪਾਠ ਆਉਂਦਾ, ਜਾਂ ਸ਼ਹੀਦ ਊਧਮ ਸਿੰਘ ਦਾ ਪਾਠ ਆਉਂਦਾ, ਭਗਤ ਸਿੰਘ ਹੋਰਾਂ ਦਾ ਪਾਠ ਆਉਂਦਾ, ਰਾਜਗੁਰੂ ਸੁਖਦੇਵ ਦਾ। ਉਹ ਸਾਰੀਆਂ ਜੀਵਨੀਆਂ ਨੇ ਕਿਉਂਕਿ ਉਹਨਾਂ ਦੇ ਜੀਵਨ ਬਾਰੇ ਕਿਸੇ ਹੋਰ ਵਿਅਕਤੀ ਨੇ ਲਿਖਿਆ ਹੋਇਆ। ਜਦੋਂ ਲਿਖਾਰੀ ਖੁਦ ਲਿਖੇ ਆਤਮ ਕਥਾ ਜਾਂ ਸਵੈ ਜੀਵਨੀ, ਜਦੋਂ ਕੋਈ ਹੋਰ ਲਿਖੇ ਉਦੋਂ ਜੀਵਨੀ। ਅੱਗੇ ਆ ਜਾਂਦਾ ਬੇਟਾ, ਜੋ ਕਦੀ ਨਾ ਥੱਕੇ ਉਹਨੂੰ ਕੀ ਕਹਿੰਦੇ ਆਪਾਂ? ਇਹ ਵੀ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੇ ਵਿੱਚ ਅਕਸਰ ਪੁੱਛਿਆ ਜਾਣ ਵਾਲਾ ਮਹੱਤਵਪੂਰਨ ਪ੍ਰਸ਼ਨ ਹੈ। ਜੋ ਕਦੀ ਨਾ ਥੱਕੇ ਉਹਨੂੰ ਆਪਾਂ ਕਹਿੰਦੇ ਹਾਂ ਅਣਥੱਕ। ਅੱਗੇ ਆ ਜਾਂਦਾ ਉਲਟਾ ਸ਼ਬਦ ਦੇ 3 ਸਮਾਨਾਰਥਕ ਸ਼ਬਦ ਕਿਹੜੇ ਕਿਹੜੇ ਨੇ? ਸਮਾਨਾਰਥਕ ਸ਼ਬਦ ਕੀ ਹੁੰਦੇ ਨੇ ਇਹਨੂੰ ਸਮਝਣਾ ਜ਼ਰੂਰੀ ਆ। ਸਮਾਨ ਦਾ ਮਤਲਬ ਇੱਕ ਬਰਾਬਰ, ਅਰਥਕ ਦਾ ਮਤਲਬ ਅਰਥ। ਇਸ ਤਰ੍ਹਾਂ ਦੇ ਸ਼ਬਦ ਜਿਨ੍ਹਾਂ ਦਾ ਅਰਥ ਇੱਕੋ ਜਿਹਾ ਹੀ ਆ। ਜਿਵੇਂ ਆਪਾਂ ਜੇ ਕਿਸੇ ਨੂੰ ਕਹਿ ਦਈਏ ਜਲ ਛਕੋ ਜਾਂ ਪਾਣੀ ਪੀਓ, ਗੱਲ ਇੱਕੋ ਹੀ ਆ। ਜਲ ਅਤੇ ਪਾਣੀ ਆਪ ਦੋਵੇਂ ਸਮਾਨਾਰਥਕ ਸ਼ਬਦ ਨੇ, ਦੋਨਾਂ ਦਾ ਇੱਕੋ ਅਰਥ ਆ। ਅਤੇ ਹੁਣ ਉਲਟਾ ਸ਼ਬਦ ਦੇ 3 ਸਮਾਨਾਰਥਕ ਸ਼ਬਦ ਦੱਸਣੇ ਹੋਣ ਜੇ ਆਪਾਂ ਵੀ, ਉਸ ਤਰ੍ਹਾਂ ਦੀ ਹੋਰ ਸ਼ਬਦ ਲਿਖੋ ਜਿਨ੍ਹਾਂ ਦਾ ਅਰਥ ਉਹੀ ਹੁੰਦਾ ਜੋ ਉਲਟਾ ਦਾ। ਤਾਂ ਆਪਾਂ ਲਿਖਾਂਗੇ ਪੁੱਠਾ, ਵਿਰੁੱਧ, ਖਿਲਾਫ। ਇਹ ਸਾਰੇ ਉਲਟਾ ਸ਼ਬਦ ਦੇ ਸਮਾਨਾਰਥਕ ਸ਼ਬਦ ਨੇ। ਅੱਗੇ ਚੱਲਦੇ ਆਪਾਂ। ਸਿਆਣਾ ਸ਼ਬਦ ਦੇ 3 ਸਮਾਨਾਰਥਕ ਸ਼ਬਦ ਬਿਲਕੁਲ ਉਸ ਤਰ੍ਹਾਂ ਹੀ ਵੀ ਸਮਾਨਾਰਥਕ ਸ਼ਬਦ ਉਹ ਹੁੰਦਾ ਜਿਹਦੇ ਕਿ ਇੱਕੋ ਜਿਹੇ ਅਰਥ ਹੋਣ, ਬਰਾਬਰ ਅਰਥ ਰੱਖਦਾ ਹੋਣ ਸ਼ਬਦ। ਹੁਣ ਸਿਆਣਾ ਸ਼ਬਦ ਦੇ ਸਮਾਨਾਰਥਕ ਸ਼ਬਦ ਆਪਾਂ ਕਿਹੜੇ ਕਿਹੜੇ ਲਿਖਾਂਗੇ? ਸਮਝਦਾਰ, ਅਕਲਮੰਦ, ਦਾਨਾ ਜਾਂ ਸਿਆਣਾ। ਇਹ ਸਾਰੇ ਸਮਾਨਾਰਥਕ ਸ਼ਬਦ ਨੇ ਪੁੱਤ। ਉਹ ਕਿਹੜਾ ਅੱਖਰ ਹੈ ਜਿਸ ਨੂੰ ਹੋੜਾ ਲਗਾਉਣ ਸਮੇਂ ਉਸ ਦਾ ਮੂੰਹ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ? ਤਾਂ ਉੱਤਰ ਆ ਜਾਊਗਾ ਊੜਾ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬੀ ਦਾ ਇੱਕ ਅੱਖਰ ਅਜਿਹਾ ਜਿਹਨੂੰ ਆਪਾਂ ਜੇ ਹੋੜਾ ਲਗਾਉਣਾ ਹੋਵੇ ਤਾਂ ਹੋੜਾ ਉਸ ਤਰ੍ਹਾਂ ਜਿਵੇਂ ਆਪਾਂ ਬਾਕੀ ਅੱਖਰਾਂ ਨਾਲ ਅਲੱਗ ਤੌਰ 'ਤੇ ਲਾਉਂਦੇ ਉਵੇਂ ਨਹੀਂ ਲੱਗਦਾ, ਉਹਦਾ ਮੂੰਹ ਖੁੱਲ੍ਹਾ ਛੱਡ ਦਿਓ ਹੋੜਾ ਹੁੰਦਾ, ਅਤੇ ਉਹ ਅੱਖਰ ਕਿਹੜਾ ਹੈਗਾ? ਊੜਾ। ਸੋ ਅੱਜ ਦੀ ਇਹ ਕਲਾਸ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਆ ਕਿ ਪੰਜਾਬੀ ਵਿਆਕਰਨ ਦੇ ਬਹੁਤ ਸਾਰੇ ਮਹੱਤਵਪੂਰਨ ਪ੍ਰਸ਼ਨ ਇੱਕੋ ਕਲਾਸ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਏ ਜਾ ਸਕਣ। ਸੋ ਜਿਹੜੇ ਵੀ ਵਿਦਿਆਰਥੀਆਂ ਨੇ ਇਹ ਵੀਡੀਓ ਦੇਖੀ ਆ ਉਹਨਾਂ ਸਾਰਿਆਂ ਦਾ ਧੰਨਵਾਦ। ਆਪਣੀ ਇਹ ਔਨਲਾਈਨ ਜਮਾਤ ਅੱਜ ਇੱਥੇ ਹੀ ਸਮਾਪਤ ਹੁੰਦੀ ਹੈ। ਆਪਾਂ ਜਲਦੀ ਮਿਲਦੇ ਹਾਂ ਇੱਕ ਹੋਰ ਮਹੱਤਵਪੂਰਨ ਵਿਸ਼ੇ 'ਤੇ ਨਵੀਂ ਵੀਡੀਓ ਦੇ ਨਾਲ। ਇਸ ਵੀਡੀਓ ਨੂੰ ਬਹੁਤ ਸਾਰਾ ਢੇਰ ਸਾਰਾ ਪਿਆਰ ਦੇਣ ਲਈ ਤੁਹਾਡੇ ਸਭ ਦੇ ਸ਼ੁਕਰਾਨੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।